ਤੇ ਇੱਕ ਇਸ ਗਾਣੇ 'ਚ ਤੇ ਇੱਕ ਔਰਤ ਦੀ ਮਰਿਆਦਾ ਦੇ ਖਿਲਾਫ ਕਿ 25 ਪਿੰਡਾਂ ਨੇ ਔਰ ਦਿਸ ਦੈਟ ਮੈਂ ਤੇ ਸੌਰੀ ਸ਼ਬਦ ਵੀ ਨਹੀਂ ਬੋਲ ਸਕਦਾ। ਔਰ ਐਤਕੀ ਮੈਂ ਕੋਰਟ ਕੰਪਲੇਂਟ ਬਾਅਦ ਚ ਪਾਉਣੀ ਹੈ। ਪਹਿਲਾਂ ਮੈਂ ਐਸਐਸਪੀ ਚੰਡੀਗੜ੍ਹ ਨੂੰ, ਐਸਐਸਪੀ ਮੋਹਾਲੀ ਨੂੰ, ਐਸਐਸਪੀ ਅੰਮ੍ਰਿਤਸਰ ਨੂੰ ਇਹਦੇ ਤੇ 3 ਥਾਂ ਤੋਂ ਪਰਚਾ ਦਰਜ ਕਰਾਉਣ ਦੀ ਐਪਲੀਕੇਸ਼ਨ ਦੇਣੀ ਹੈ। ਇਹਦੇ ਤੇ ਹਨੀ ਸਿੰਘ 2 ਨੰਬਰ ਬਾਦਸ਼ਾਹ। ਮੈਂ ਕਹਿੰਦਾ ਹਨੀ ਸਿੰਘ ਦੀ ਫੋਟੋ ਵੀ ਆ ਉਹਦੇ ਤੇ, ਉਹਨੇ ਆਪਣੀ ਫੋਟੋ ਦਾ ਵੀ ਕਾਪੀਰਾਈਟ ਕਿਉਂ ਨਹੀਂ ਲਾਇਆ। ਉਸ ਤੋਂ ਬਾਅਦ ਇਹਦੇ ਤੇ ਕਾਨੂੰਨੀ ਕਾਰਵਾਈ ਚੱਲੇਗੀ ਔਰ ਸਖਤ ਚੱਲੇਗੀ, ਕਿਉਂਕਿ ਸੁਨੀਲ ਮੱਲਣ ਵਿਕਦਾ ਨਹੀਂ ਹੈ। ਮੈਨੂੰ ਬਾਕੀਆਂ ਬਾਰੇ ਕੁਝ ਨਹੀਂ ਪਤਾ, ਪਰ ਮੈਂ ਆਪਣੀ ਗਰੰਟੀ ਲੈਣਾ ਇਹ ਵਿਕਦਾ ਨਹੀਂ ਹੈ, ਇਹ ਡਰਦਾ ਨਹੀਂ ਹੈ। ਦੈਨ ਹੀ ਸੈਂਡ ਮੀ ਲਿੰਕ। ਮੈਂ ਬਸ ਪਹਿਲੀ ਲਾਈਨ ਸੁਣਦਿਆਂ ਸਾਰ, ਪਹਿਲੀ 2 ਲਾਈਨਾਂ ਮਤਲਬ ਟੋਟਲ 4 ਲਾਈਨਾਂ ਹੁੰਦੀਆਂ, 1 ਲਾਈਨ 2 ਵਾਰੀ ਬੋਲਦੇ ਆ, ਤੇ ਮੈਂ ਬੰਦ ਕਰਤਾ। ਮੇਰੇ ਕੋਲ ਸੁਣਿਆ ਨਹੀਂ ਗਿਆ। ਮਰਨਾ ਇੱਕ ਦਿਨ ਹੈ, ਰੋਜ਼ ਤੇ ਮਰ ਨਹੀਂ ਸਕਦਾ ਮੈਂ, ਤੇ ਮੇਰੇ ਵਾਹਿਗੁਰੂ ਨੇ ਮੇਰਾ ਉਹਦੀ ਤਰੀਕ ਫਿਕਸ ਕੀਤੀ। ਉਦੋਂ ਬਚਾ ਕੋਈ ਨਹੀਂ ਸਕਦਾ। ਤੁਸੀਂ ਵੀ ਲਾ ਕੇ ਮੇਰੇ 4 ਰਿਵਾਲਵਰਾਂ AK-47 ਨਾਲ ਲੈ ਕੇ ਬਹਿ ਜਿਓ, ਨਹੀਂ ਬਚਣਾ ਜਿੱਦਣ ਆਈ ਹੈ। ਸੋ ਇਸ ਕਰਕੇ ਮੈਂ ਰੋਜ਼ ਨਹੀਂ ਮਰਦਾ, ਜਿੱਦਣ ਆਈ ਹੋਏਗੀ ਜਾਵਾਂਗੇ। ਔਰ ਚੰਗੇ ਕੰਮ ਦੀ ਦਹਿਸ਼ਤ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਜਦੋਂ ਤੁਸੀਂ ਘਰ 'ਚ ਕੁੱਤਾ ਵੀ ਜ਼ਿਆਦਾ ਭੌਂਕੇ ਉਹਨੂੰ ਸੰਗਲੀ ਪਾ ਲੈਣੀ ਚਾਹੀਦੀ ਹੈ, ਇਹ ਸਿਆਣੇ ਕਹਿੰਦੇ ਆ, ਨਹੀਂ ਤਾਂ ਜਣੇ ਖਣੇ ਨੂੰ ਵੜਦਾ, ਮਾਲਕ ਨੂੰ ਵੀ ਵੱਢਣ ਲੱਗ ਪੈਂਦਾ। ਸੋ ਇਸ ਕਰਕੇ ਕੁੱਤੇ ਨੂੰ ਸੰਗਲੀ ਪਾਣੀ ਜ਼ਰੂਰੀ ਹੈ। ਇਸ ਗੱਲ ਨਾਲ ਮੇਰਾ ਗਾਇਕਾਂ ਨਾਲ ਲੈਣਾ ਦੇਣਾ ਕੋਈ ਨਹੀਂ ਹੈ, ਬਟ ਇਹ ਕਹਾਵਤ ਜਿਹੜੀ ਮੇਰੇ ਬਜ਼ੁਰਗਾਂ ਨੇ ਸੁਣਾਈ ਹੈ ਉਹ ਜ਼ਰੂਰੀ ਹੈ। ਜੇਲ੍ਹ ਪਹੁੰਚਾਉਣਾ ਮਤਲਬ ਹੈ, ਗਾਣਾ ਤੇ ਆਪੇ ਹਟ ਜਾਣਾ ਹੈ, ਉਹ ਤੇ ਡਿਊਟੀ ਬਣ ਜਾਣੀ ਹੈ ਸਰਕਾਰ ਦੀ ਉਹਨੂੰ ਹਟਾਉਣ ਦੀ ਹਰ ਜਗ੍ਹਾ ਤੋਂ। ਪਰ ਜੇਲ੍ਹ ਪਹੁੰਚਾਉਣਾ ਮਤਲਬ ਹੈ ਵੀ ਇੱਕ ਨੂੰ ਲੁੱਕ ਕਰਾਤੀ ਨਾ, ਹਜ਼ਾਰਾਂ ਨੂੰ ਅਕਲ ਆ ਜਾਣੀ ਹੈ। 2 ਦਿਨ ਹੀ ਕਰਾਤੀ ਬੜੀ ਹੈ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸ਼ੇਖਰ ਰਾਏ। ਅੱਜ ਤੁਹਾਨੂੰ ਜਿਹੜੀ ਬਹੁਤ ਹਾਈਲਾਈਟਡ ਖਬਰ ਹੈਗੀ ਹੈ ਯੋ ਹਨੀ ਸਿੰਘ ਦੇ ਬਾਰੇ ਹੈ, ਜਿਨ੍ਹਾਂ ਦਾ ਤਕਰੀਬਨ 16-17 ਸਾਲ ਪਹਿਲਾਂ ਗਾਇਆ ਗਾਣਾ ਇੱਕ ਵਾਰੀ ਫਿਰ ਤੋਂ ਵਿਵਾਦਾਂ ਦੇ ਵਿੱਚ ਹੈ। ਤੇ ਵਿਵਾਦ ਬਣਨਾ ਹੀ ਸੀ, ਕਿਉਂਕਿ ਹੁੰਦਾ ਕਈ ਵਾਰ ਕਿ ਕਿਸੇ ਇੱਕ ਗੀਤ ਦੇ ਵਿੱਚ ਕਿਤੇ ਗਾਲ ਕੱਢੀ ਗਈ ਹੁੰਦੀ ਹੈ, ਕਿਤੇ ਕੋਈ ਇਦਾਂ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੁੰਦੀ ਹੈ ਜਿਹਦੇ ਉੱਤੇ ਇਤਰਾਜ਼ ਹੁੰਦਾ ਹੈ। ਪਰ ਇਹ ਕਹਾਂਗੇ ਕਿ ਇਸ ਗੀਤ ਦੇ ਵਿੱਚ ਇਹ ਪੂਰਾ ਗੀਤ ਹੀ ਜਿਹੜਾ ਗਾਲਾਂ ਦੇ ਨਾਲ ਬਣਿਆ, ਤੇ ਉਸ ਦੇ ਵਿੱਚ ਕਿਤੇ ਕੋਈ ਚੰਗੀ ਸ਼ਬਦਾਵਲੀ ਸ਼ਾਇਦ ਕਿਤੇ ਤੁਹਾਨੂੰ ਸੁਣਨ ਨੂੰ ਮਿਲ ਜਾਏ ਜਾਂ ਫਿਰ ਨਾ ਵੀ ਮਿਲੇ। ਸੋ ਇਹ ਗੀਤ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਸੀਗਾ। ਸਾਲ 2005-6 ਦੇ ਵਿੱਚ ਇਹ ਗਾਣਾ YouTube ਦੇ ਉੱਤੇ ਰਿਲੀਜ਼ ਕੀਤਾ ਗਿਆ ਸੀ। ਉਹ ਇਨੀਸ਼ੀਅਲ ਸਟੇਜ ਸੀਗੀ ਹਨੀ ਸਿੰਘ ਦੇ ਕਰੀਅਰ ਦੀ। ਸੋ ਬਾਲੀਵੁੱਡ ਰੀਬਰਥ ਇੱਕ ਐਲਬਮ ਹਨੀ ਸਿੰਘ ਵੱਲੋਂ ਲਾਂਚ ਕੀਤੀ ਗਈ, ਜਿਹੜੀ ਕਿ ਇੰਨੀ ਜ਼ਿਆਦਾ ਪਪੂਲਰ ਨਹੀਂ ਹੋ ਪਾਈ, ਜਿਹੜੀ ਕਿ 2004 ਦੇ ਵਿੱਚ ਆਈ ਸੀ। ਉਸ ਤੋਂ ਬਾਅਦ ਹਨੀ ਸਿੰਘ ਤੇ ਬਾਦਸ਼ਾਹ ਵੱਲੋਂ ਇਹ ਗੀਤ ਜਿਹੜਾ ਹੈ ਪਬਲਿਸ਼ ਕੀਤਾ ਗਿਆ, ਤੇ ਜਿਹਨੇ ਰਾਤੋਂ ਰਾਤ ਹਨੀ ਸਿੰਘ ਨੂੰ ਹਰ ਇੱਕ ਨੌਜਵਾਨ ਦੇ ਮਿਊਜ਼ਿਕ ਸਿਸਟਮ ਦੇ ਵਿੱਚ ਪਹੁੰਚਾ ਦਿੱਤਾ ਸੀਗਾ। ਸੋ ਇਹ ਗੀਤ ਜਿਹੜਾ ਹੁਣ ਇੰਨੇ ਸਾਲਾਂ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਚਰਚਾ ਦਾ ਵਿਸ਼ਾ ਬਣ ਗਿਆ। ਗੱਲ ਉਹੀ ਹੈਗੀ ਹੈ ਕਿ ਜਿਹੜੀ ਸ਼ਬਦਾਵਲੀ ਹੈ ਉਸ ਦੇ ਉੱਤੇ ਇਤਰਾਜ਼ ਹੈਗਾ, ਤੇ ਜਿਨ੍ਹਾਂ ਤੋਂ ਅੱਜ ਕੱਲ੍ਹ ਗਾਇਕ ਡਰਨ ਲੱਗ ਗਏ ਨੇ, ਉਹੀ ਸਾਡੇ ਨਾਲ ਵਕੀਲ ਸਾਹਿਬ ਇੱਥੇ ਮੌਜੂਦ ਨੇ, ਸੁਨੀਲ ਮੱਲਣ ਸਾਹਿਬ। ਉਹਨਾਂ ਦਾ ਸਵਾਗਤ ਕਰਦੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਤੇ ਦਰਸ਼ਕਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ ਜੀ। ਹਰ ਗੀਤ ਗਾਉਣ ਵਾਲਾ ਹੁਣ ਤੇ ਡਰ ਰਿਹਾ, ਹਰ ਲਿਖਣ ਵਾਲਾ ਡਰ ਰਿਹਾ ਕਿ ਸੁਨੀਲ ਮੱਲਣ ਸਾਹਿਬ ਆ ਜਾਣਗੇ। ਜਿਵੇਂ ਅਸੀਂ ਸੁਣਿਆ ਸੀਗਾ ਸ਼ੋਲੇ ਫਿਲਮ ਦੇ ਵਿੱਚ ਗੱਬਰ ਦੇ ਬਾਰੇ, ਤਾਂ ਕਹਿੰਦੇ ਸੀਗੇ ਕਿ ਜਦੋਂ ਕਿਸੇ ਘਰ ਦੇ ਵਿੱਚ ਮਾਂ ਆਪਣੇ ਬੱਚੇ ਨੂੰ ਸਵਾਉਂਦੀ ਸੀ, ਸੌਂਦਾ ਨਹੀਂ ਸੀਗਾ ਬੱਚਾ, ਤਾਂ ਉਸ ਨੂੰ ਕਹਿੰਦੀ ਸੀ ਸੋ ਜਾ ਪੁੱਤ, ਨਹੀਂ ਤਾਂ ਗੱਬਰ ਸਿੰਘ ਆ ਜਾਏਗਾ। ਤਾਂ ਉਸ ਤਰੀਕੇ ਦੇ ਨਾਲ ਹੁਣ ਹਰ ਕੋਈ ਕਿਹਾ ਕਰੂਗਾ ਵੀ ਗੀਤ ਧਿਆਨ ਨਾਲ ਲਿਖਿਓ। ਸੁਨੀਲ ਮੱਲਣ ਆ। ਧੰਨਵਾਦ ਇਹੋ ਜਿਹੀ ਸੰਗਿਆ ਦੇਣ ਲਈ। ਦਹਿਸ਼ਤ ਤੇ ਜ਼ਰੂਰੀ ਹੈ, ਔਰ ਚੰਗੇ ਕੰਮ ਦੀ ਦਹਿਸ਼ਤ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਜਦੋਂ ਤੁਸੀਂ ਘਰ 'ਚ ਕੁੱਤਾ ਵੀ ਜ਼ਿਆਦਾ ਭੌਂਕੇ ਉਹਨੂੰ ਸੰਗਲੀ ਪਾ ਲੈਣੀ ਚਾਹੀਦੀ ਹੈ, ਇਹ ਸਿਆਣੇ ਕਹਿੰਦੇ ਆ, ਨਹੀਂ ਤਾਂ ਜਣੇ ਖਣੇ ਨੂੰ ਵੜਦਾ, ਮਾਲਕ ਨੂੰ ਵੀ ਵੱਢਣ ਲੱਗ ਪੈਂਦਾ। ਸੋ ਇਸ ਕਰਕੇ ਕੁੱਤੇ ਨੂੰ ਸੰਗਲੀ ਪਾਣੀ ਜ਼ਰੂਰੀ ਹੈ। ਇਸ ਗੱਲ ਨਾਲ ਮੇਰਾ ਗਾਇਕਾਂ ਨਾਲ ਲੈਣਾ ਦੇਣਾ ਕੋਈ ਨਹੀਂ ਹੈ, ਬਟ ਇਹ ਕਹਾਵਤ ਜਿਹੜੀ ਮੇਰੇ ਬਜ਼ੁਰਗਾਂ ਨੇ ਸੁਣਾਈ ਹੈ ਉਹ ਜ਼ਰੂਰੀ ਹੈ। ਸੋ ਜਦ ਤੱਕ ਇਹਨਾਂ ਨੂੰ ਨਕੇਲ ਨਹੀਂ ਪਾਏਗੀ, ਇਹਨਾਂ ਨੂੰ ਲੱਗਦਾ ਕਿ ਸ਼ਾਇਦ ਸਟੇਜ 'ਤੇ ਚੜ੍ਹ ਕੇ 2 ਲੱਤਾਂ ਇੱਧਰ 2 ਲੱਤਾਂ ਉੱਧਰ ਮਾਰੀਆਂ, ਤੇ ਇੱਕ ਇਸ ਗਾਣੇ 'ਚ ਤੇ ਇੱਕ ਔਰਤ ਦੀ ਮਰਿਆਦਾ ਦੇ ਖਿਲਾਫ ਇਨਡੀਸੈਂਟ ਰੀਪ੍ਰਜੈਂਟੇਸ਼ਨ ਆਫ ਵੂਮਨ ਕਿ 25 ਪਿੰਡਾਂ ਨੇ ਔਰ ਦਿਸ ਦੈਟ ਮੈਂ ਤੇ ਸੌਰੀ ਸ਼ਬਦ ਵੀ ਨਹੀਂ ਬੋਲ ਸਕਦਾ। ਔਰ ਮੈਂ ਜਦੋਂ ਆਪਣੀ ਕੰਪਲੇਂਟ ਬਣਾਈ ਹੈ ਉਹਦੇ 'ਚ ਮੈਂ ਉਹ ਲਿਖ ਨਹੀਂ ਸਕਿਆ ਗੱਲਾਂ, ਮੈਂ ਸਿਰਫ ਉਹਨਾਂ ਦਾ ਵਰਣਨ ਕੀਤਾ ਵੀ ਅਸ਼ਲੀਲ ਗੱਲਾਂ, ਅਸ਼ਲੀਲ ਅੰਗਾਂ ਦਾ ਨਾਮ ਲਿੱਤਾ ਗਿਆ ਹੈ, ਔਰਤ ਬਾਰੇ, ਔਰਤ ਦੀ ਮਰਿਆਦਾ ਨੂੰ ਭੰਗ ਕੀਤਾ ਗਿਆ, ਉਹਦਾ ਐਕਟ ਲੱਗਣਾ ਚਾਹੀਦਾ ਹੈ, 354 ਲੱਗਣੀ ਚਾਹੀਦੀ ਹੈ। ਔਰ ਇਹ ਚੀਜ਼ਾਂ ਦਾ ਜ਼ਿਕਰ ਕਰਦਿਆਂ ਹੋਇਆਂ ਮੈਂ ਕੰਪਲੇਂਟ ਲਿਖੀ ਹੈ। ਔਰ ਐਤਕੀ ਮੈਂ ਕੋਰਟ ਕੰਪਲੇਂਟ ਬਾਅਦ 'ਚ ਪਾਉਣੀ ਹੈ। ਪਹਿਲਾਂ ਮੈਂ ਐਸਐਸਪੀ ਚੰਡੀਗੜ੍ਹ ਨੂੰ, ਐਸਐਸਪੀ ਮੋਹਾਲੀ ਨੂੰ, ਐਸਐਸਪੀ ਅੰਮ੍ਰਿਤਸਰ ਨੂੰ ਇਹਦੇ ਤੇ 3 ਥਾਂ ਤੋਂ ਪਰਚਾ ਦਰਜ ਕਰਾਉਣ ਦੀ ਐਪਲੀਕੇਸ਼ਨ ਦੇਣੀ ਹੈ। ਇਹਦੇ ਤੇ ਹਨੀ ਸਿੰਘ 2 ਨੰਬਰ ਬਾਦਸ਼ਾਹ ਤੇ ਇਹਦੇ ਤੇ ਪਰਚਾ ਦਰਜ ਹੋਏਗਾ, ਅਲੋਂਗ ਵਿਦ YouTube, ਅਲੋਂਗ ਵਿਦ ਜਿਹੜੇ ਚੈਨਲਾਂ 'ਤੇ ਵੀ ਇਹ ਗਾਣਾ ਚੱਲ ਰਿਹਾ, ਕਿਉਂਕਿ ਮੈਂ ਉਹ ਚੈਨਲਾਂ ਤੋਂ ਗਾਣੇ ਡਾਊਨਲੋਡ ਕਰ ਲਿਆ। ਉਹਦੇ ਨਾਲ
IP ਐਡਰੈਸ ਡਾਊਨਲੋਡ ਕਰ ਲਿਆ ਔਰ ਸਾਈਬਰ ਕ੍ਰਾਈਮ ਸੈੱਲ ਚੈਨਲਸ ਦੇ ਉੱਤੇ ਗਾਣਾ ਕਿਸ ਤਰੀਕੇ ਨਾਲ ਪਬਲਿਸ਼ ਹੋ ਰਿਹਾ, ਕਿਉਂਕਿ ਇਹ ਗਾਣਾ ਤੇ ਅਸੀਂ ਦੇਖਿਆ ਸੀ ਕਿ ਡਿਜੀਟਲੀ ਤੇ ਕਾਫੀ ਚੱਲਿਆ ਸੀ, ਬਟ ਚੈਨਲਸ ਦੇ ਉੱਤੇ ਤੇ ਚੱਲਣ ਦੇ ਲਾਇਕ ਨਹੀਂ ਹੈ। ਦੇਖੋ ਜਿਹੜੇ ਉਹ ਘਟੀਆ ਜਿਹੇ ਯੂਟਿਊਬਰਸ ਹੁੰਦੇ ਨੇ ਨਾ, ਉਹਨਾਂ ਨੇ ਆਪਣੇ ਕਈ ਤਰ੍ਹਾਂ ਦੇ ਚੈਨਲ ਬਣਾਏ ਨੇ ਜਿਹਦੇ ਦੇ ਉੱਤੇ ਕੋਈ ਉਹਨਾਂ ਦਾ ਜ਼ਿਕਰ ਨਹੀਂ ਹੈ। ਮੇਰੇ ਚੈਨਲ ਨੂੰ ਖੋਲੋ, ਅਬਾਊਟ 'ਚ ਜਾਓ, ਮੇਰਾ ਨਾਮ, ਮੇਰਾ ਨੰਬਰ, ਮੇਰਾ ਐਡਰੈਸ ਸਭ ਕੁਝ ਮਿਲੇਗਾ। ਤੁਹਾਡੇ ਚੈਨਲ ਤੇ ਜਾਣਾ, ਮੈਨੂੰ ਸਭ ਕੁਝ ਮਿਲਦਾ ਕਿ ਹਮਦਰਦ ਮੀਡੀਆ ਕੌਣ ਹੈ। ਬਟ ਜਿਹੜੇ ਇਹ ਸੋ ਕਾਲਡ ਆਪਣੇ ਆਪ ਨੂੰ ਯੂਟਿਊਬਰਸ ਕਹਿੰਦੇ ਨੇ ਸਿਰਫ ਪੈਸੇ ਕਮਾਉਣ ਲਈ, ਇਹੋ ਜਿਹਾ ਲਚਰ ਗਾਣਾ ਉੱਥੇ ਪਾਰਿਆ। ਮੁੱਦਾ ਇਹ ਨਹੀਂ ਹੈ ਕਿ ਮੈਂ ਹਨੀ ਸਿੰਘ ਤੇ ਬਾਦਸ਼ਾਹ ਦਾ ਗਾਣਾ ਕਿਸੇ YouTube ਚੈਨਲ ਤੇ ਚੱਲ ਰਿਹਾ, ਮੈਂ ਉਹਨਾਂ ਦਾ ਕੋਈ ਹੋਰ ਮਸ਼ਹੂਰ ਗਾਣਾ ਲਾਉਣਾ ਤੇ ਆਪਣੇ ਉਹਦੇ ਤੇ ਪਾ ਲੈਣਾ YouTube ਤੇ ਔਰ Facebook ਤੇ, ਵਿਦਿਨ 1 ਮਿੰਟ ਸਟ੍ਰਾਈਕ ਵੱਜਦੀ ਹੈ ਤੇ ਮੇਰਾ ਉਹ ਬਲੌਕ ਹੋ ਜਾਂਦਾ ਹੈ। ਇਟ ਮੀਨਸ ਕਿ ਉਸ ਗਾਣੇ ਦੀ ਇਹਨਾਂ ਨੇ ਸਟ੍ਰਾਈਕ ਬਾਈ ਕੀਤੀ ਹੋਈ ਹੈ ਜਾਂ ਉਹਦੀਆਂ ਇੰਸਟਰਕਸ਼ਨਸ ਦਿੱਤੀਆਂ ਹੋਈਆਂ ਕਿ ਇਹ ਗਾਣਾ, ਇਹ ਡਾਇਲੌਗ ਕਿਸੇ ਵੀ ਫਿਲਮ ਦਾ ਗਾਣਾ। ਅਸੀਂ ਇੱਕ ਬੱਚਿਆਂ ਦਾ ਪ੍ਰੋਗਰਾਮ ਕੀਤਾ ਸੀ, ਉਹਦੇ 'ਚ ਚੱਕ ਦੇ ਗਾਣਾ ਵਰਤਿਆ ਗਿਆ ਸੀ ਤੇ ਮੇਰੇ ਜਦੋਂ ਮੈਂ ਆਪਣੇ ਫੇਸਬੁੱਕ ਤੇ ਉਹਨੂੰ ਚੜਾਇਆ ਉਸ ਬੱਚਿਆਂ ਦੇ ਪ੍ਰੋਗਰਾਮ ਨੂੰ, ਉਹਨੂੰ ਇਮੀਡੀਏਟਲੀ ਵੱਜ ਗਈ ਕੀ ਕਹਿੰਦੇ ਨੇ ਉਹਨੂੰ, ਸਟ੍ਰਾਈਕ। ਉਹ ਬਲੌਕ ਹੋ ਗਿਆ। ਕੁਝ ਦਿਨਾਂ ਬਾਅਦ ਫਿਰ ਉਹ ਖੁੱਲਿਆ, ਸਭ ਕੁਝ ਹੋਇਆ। ਤੇ ਇਹ ਗਾਣੇ ਤੇ ਇਹਨਾਂ ਨੇ ਸਟ੍ਰਾਈਕ ਕਿਉਂ ਨਹੀਂ ਲਵਾਈ? ਇਟ ਮੀਨਸ ਇਹ ਚਾਹੁੰਦੇ ਨੇ, ਇਹਨਾਂ ਦੀ ਇੰਟੈਂਸ਼ਨ ਹੈ। ਲਾਅ ਜਿਹੜਾ ਇੰਟੈਂਸ਼ਨ ਦੇ ਉੱਤੇ ਕੰਮ ਕਰਦਾ ਕਿ ਜੇ ਉਹਦੀ ਇੰਟੈਂਸ਼ਨ ਮਾੜੀ ਹੈ, ਮੈਨਜ਼ਰੀਆ, ਗਿਲਟੀ ਮਾਈਂਡ, ਤੇ ਉਹਦੇ ਤੇ ਪਰਚਾ ਹੋਣਾ ਚਾਹੀਦਾ। ਔਰ ਡੈਫੀਨੇਟਲੀ ਇਸ ਗਾਣੇ ਤੇ ਪਰਚਾ ਹੋਏਗਾ ਤੇ ਜਿਹੜੇ ਚੈਨਲ ਤੇ ਚੱਲ ਰਿਹਾ ਉਹਦੇ ਤੇ ਵੀ ਹੋਏਗਾ। ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਦੱਸ ਦਈਏ ਕਿ ਅਸੀਂ ਫਸਟ ਟਾਈਟਲ ਤੇ ਨਹੀਂ ਇਸ ਦਾ ਯੂਜ਼ ਕਰ ਪਾਵਾਂਗੇ ਇਸ ਸ਼ੋਅ ਦੇ ਵਿੱਚ, ਬਟ ਤੁਹਾਨੂੰ ਦੱਸ ਦਈਏ ਕਿ ਵੋਲੀਅਮ 1 ਨਾਮ ਤੋਂ ਜਿਹੜਾ ਇਹ ਗਾਣਾ ਕਾਫੀ ਚਰਚਾ ਦੇ ਵਿੱਚ ਰਿਹਾ ਸੀਗਾ ਔਰ ਤਕਰੀਬਨ 2012 ਦੇ ਵਿੱਚ ਵੀ ਇਸ ਗਾਣੇ ਨੂੰ ਲੈ ਕੇ ਨੋਇਡਾ ਦੇ ਵਿੱਚ ਇੱਕ ਮਾਮਲਾ ਦਰਜ ਹੋਇਆ ਸੀ। ਮੱਲਨ ਸਾਹਿਬ, ਉਸ ਤੋਂ ਬਾਅਦ ਹਨੀ ਸਿੰਘ ਇਸ ਦੇ ਵਿੱਚੋਂ ਨਿਕਲ ਗਏ ਸੀ। ਇੱਕ ਨਹੀਂ, ਇੱਦਾਂ ਦੇ 2-4 ਗਾਣੇ ਸੀਗੇ ਜਿਨ੍ਹਾਂ ਦੇ ਉੱਤੇ ਇਤਰਾਜ਼ ਸੀਗੇ ਉਸ ਸਮੇਂ ਦੇ ਉੱਤੇ ਵੀ। ਵੌਇਸ ਸੈਂਪਲਸ ਵਗੈਰਾ ਵੀ ਲਏ ਗਏ ਸੀ, ਕਾਫੀ ਮੀਡੀਆ ਦੇ ਵਿੱਚ ਵੀ ਹਾਈਲਾਈਟ ਹੋਇਆ ਸੀਗਾ, ਬਟ ਸਮਹਾਓ ਹਨੀ ਸਿੰਘ ਉਸ ਤੋਂ ਬਾਹਰ ਰਹੇ। ਇਸ ਤਰ੍ਹਾਂ ਹੈ ਕਿ ਮੈਨੂੰ ਉਹਨਾਂ ਦੇ ਬਾਰੇ ਕੋਈ ਮੈਂ ਟਿੱਪਣੀ ਨਹੀਂ ਕਰਾਂਗਾ, ਪਰ ਮੇਰੇ ਕੇਸ 'ਚ ਵੌਇਸ ਸੈਂਪਲ ਕੀ ਬਹੁਤ ਕੁਝ ਹੋਰ ਵੀ ਟੈਲੀ ਹੋਏਗਾ। ਔਰ ਮੈਂ ਕਹਿੰਦਾ ਹਨੀ ਸਿੰਘ ਦੀ ਫੋਟੋ ਵੀ ਆ ਉਹਦੇ ਤੇ, ਉਹਨੇ ਆਪਣੀ ਫੋਟੋ ਦਾ ਵੀ ਕਾਪੀਰਾਈਟ ਕਿਉਂ ਨਹੀਂ ਲਾਇਆ? ਸੋ ਕਿਤੇ ਨਾ ਕਿਤੇ ਇੰਟੈਂਸ਼ਨ ਜਦੋਂ ਪ੍ਰੂਵ ਹੁੰਦੀ ਹੈ, ਗਾਇਆ ਤੇ ਉਸੇ ਨਹੀਂ ਹੈ ਨਾ। ਜੇ ਗਾਇਆ ਉਸੇ ਨੇ ਹੈ ਤੇ ਉਹ ਜੇ ਕਿਸੇ ਕੰਪਿਊਟਰ ਨੂੰ ਐਕਚੁਅਲੀ ਇਸੇ ਗੱਲ ਦਾ ਡਿਸਪਿਊਟ ਪਹਿਲਾਂ ਵੀ ਰਿਹਾ ਕਿ ਉਹਨਾਂ ਨੇ, ਹਾਲਾਂਕਿ ਬਹੁਤ ਲੋਕ ਪਹਿਚਾਣਦੇ ਨੇ ਕਿ ਹਨੀ ਸਿੰਘ ਦਾ ਗਾਣਾ ਹੈ ਕਿਉਂਕਿ ਉਸ ਗਾਣੇ ਦਾ ਕੋਈ ਵੀਡੀਓ ਨਹੀਂ ਸੀਗਾ, ਉਹ ਵੀਡੀਓ ਦੇ ਵਿੱਚ ਫੀਚਰ ਨਹੀਂ ਹੋਏ ਸੀਗੇ ਔਰ ਉਸ ਟਾਈਮ ਦੇ ਉੱਤੇ ਉਹ ਪਪੂਲਰ ਆਰਟਿਸਟਸ ਦੀ ਕਾਊਂਟਿੰਗ ਦੇ ਵਿੱਚ ਵੀ ਨਹੀਂ ਸੀ, ਤਾਂ ਇਸ ਕਰਕੇ ਉਹਨਾਂ ਨੇ ਬਾਅਦ ਦੇ ਵਿੱਚ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਮੇਰਾ ਗਾਣਾ ਹੈ, ਕਿਸੇ ਨੇ ਮੇਰੀ ਆਵਾਜ਼ ਜੈਸੀ ਆਵਾਜ਼ ਕੱਢ ਕੇ ਗਾਇਆ। ਕਾਨੂੰਨ के हाथ बहुत लंबे हैं कालिया, बचना मुश्किल होगा। देखो ਪ੍ਰੋਸੀਜਰ ਚੱਲੇਗਾ, ਲਾਅ ਮੁਤਾਬਕ ਚੱਲੇਗਾ। ਔਰ ਮੈਂ ਪੁਲਿਸ ਨੂੰ ਕਿਹਾ ਕਿ ਸਾਈਬਰ ਕ੍ਰਾਈਮ ਸੈੱਲ ਦੀ ਡਿਊਟੀ ਲਾਓ, ਪਹਿਲਾਂ ਤਾਂ ਡਾਟਾ ਇਕੱਠਾ ਕਰੋ, ਚੱਲ ਕਿੱਥੇ ਕਿੱਥੇ ਰਿਹਾ। ਉਸ ਤੋਂ ਬਾਅਦ ਇਹਦੇ 'ਤੇ ਕਾਨੂੰਨੀ ਕਾਰਵਾਈ ਚੱਲੇਗੀ ਔਰ ਸਖਤ ਚੱਲੇਗੀ, ਕਿਉਂਕਿ ਸੁਨੀਲ ਮੱਲਨ ਵਿਕਦਾ ਨਹੀਂ ਹੈ। ਮੈਨੂੰ ਬਾਕੀਆਂ ਬਾਰੇ ਕੁਝ ਨਹੀਂ ਪਤਾ, ਪਰ ਮੈਂ ਆਪਣੀ ਗਰੰਟੀ ਲੈਣਾ, ਇਹ ਵਿਕਦਾ ਨਹੀਂ ਹੈ, ਇਹ ਡਰਦਾ ਨਹੀਂ ਹੈ। ਪਰ ਮੱਲਨ ਸਾਹਿਬ, ਜਿੱਥੇ 16-17 ਸਾਲ ਹੋ ਚੁੱਕੇ ਗਾਣੇ ਨੂੰ ਆਏ ਹੋਏ ਤੇ ਉਸ ਤੋਂ ਬਾਅਦ ਹੁਣ ਦੁਬਾਰਾ ਤੋਂ ਤੁਸੀਂ ਇਸ ਦੇ ਉੱਤੇ ਕੇਸ ਫਾਈਲ ਕਰ ਰਹੇ ਹੋ, ਹਾਲਾਂਕਿ ਅੱਜ ਦੇ ਟਾਈਮ ਦੇ ਵਿੱਚ ਪਪੂਲਰ ਲਿਸਟ ਦੇ ਵਿੱਚ ਹੈ ਵੀ ਨਹੀਂ ਹੈ ਉਹ ਗਾਣਾ, ਤਾਂ ਇੱਕ ਤਰ੍ਹਾਂ ਦੁਬਾਰਾ ਕੇਸ ਬਾਹਰ ਆਉਣ ਦੇ ਨਾਲ ਜਾਂ ਲੋਕਾਂ ਦੇ ਵਿੱਚ ਗੱਲਾਂ ਹੋਣਗੀਆਂ ਜਾਂ ਫਿਰ ਇਹ ਮੀਡੀਆ ਦੇ ਵਿੱਚ ਵੀ ਆਏਗਾ, ਤਾਂ ਉਸ ਦੇ ਨਾਲ ਜਿਹਨਾਂ ਲੋਕਾਂ ਨੇ ਨਹੀਂ ਸੁਣਿਆ, ਜਿਹੜੇ ਨੌਜਵਾਨਾਂ ਨੇ ਨਹੀਂ ਸੁਣਿਆ, ਉਹ ਵੀ ਸਰਚ ਕਰਨਗੇ ਕਿ ਕਿਤੇ ਨਾ ਕਿਤੇ ਉਸ ਦਾ ਪਪੂਲੈਰਿਟੀ ਉਹਨਾਂ ਦੀ ਕਿਤੇ ਹੋਰ ਨਹੀਂ ਵਧੇਗੀ। ਮੈਂ ਇਸੇ ਕਰਕੇ ਉਹਦਾ ਨਾਮ ਨਹੀਂ ਲੈ ਰਿਹਾ, ਤੁਸੀਂ ਵੀ ਨਹੀਂ ਲਿਆ, ਤੁਸੀਂ ਵੀ ਸਿਆਣੇ ਹੋ, ਨਾਮ ਨਹੀਂ ਲਿਆ, ਅਸੀਂ ਨਾਮ ਨਹੀਂ ਲੈ ਰਹੇ। ਔਰ ਪੁਲਿਸ ਆਪਣਾ ਕੰਮ ਕਰੇਗੀ। ਇਹ ਫਸਟ ਇੰਟਰਵਿਊ ਹੈ ਮੇਰੀ ਔਰ ਉਮੀਦ ਕਰਦਾ ਵੀ ਅੱਗੇ ਵੀ ਇਹਨਾਂ ਚੀਜ਼ਾਂ ਦਾ ਬਚਾਅ ਕੀਤਾ ਜਾਏਗਾ ਕਿ ਪਬਲਿਕ ਤੱਕ ਨਾ ਸੁਣਿਆ ਦਿੱਤਾ ਜਾਵੇ ਵੀ ਕਿਹੜਾ ਗਾਣਾ ਸੀ, ਕਿਵੇਂ ਸੀ। ਸੋ ਉਸ ਚੀਜ਼ ਦਾ ਬਚਾਅ ਰੱਖਾਂਗੇ। ਪਰ ਇੱਕ ਗੱਲ ਯਾਦ ਰੱਖਣਾ, ਜਿੰਨੇ ਵੀ ਇਹਨੂੰ ਸੁਣਿਆ ਉਸ ਬੰਦੇ ਦੀ ਵੀ IP ਐਡਰੈਸ ਉੱਥੇ ਆ ਜਾਂਦਾ ਹੈ, ਉਹਨੂੰ ਵੀ ਪਾਰਟੀ ਬਣਾ ਲਿਆ ਜਾਏਗਾ, ਡਰਨਾ ਨਹੀਂ ਹੈ। ਸੋ ਇਸ ਕਰਕੇ ਕਿਸੇ ਸਾਹਿਬ ਸੁਣਿਆ ਤੇ ਤੁਸੀਂ ਵੀ ਹੋਏਗਾ ਹੁਣ ਕੇਸ ਬਣਾ ਲਿਆ। ਮੈਂ ਸੁਣਿਆ ਜੀ, ਤਾਂ ਹੀ ਮੈਂ ਉਹਦੇ ਤੇ ਕੰਪਲੇਂਟ ਕਰਤੀ ਹੈ। ਮੈਨੂੰ 3 ਦਿਨ ਪਹਿਲਾਂ ਮੇਰੇ ਇੱਕ ਬੜੇ ਦੋਸਤ ਨੇ ਕਹਿੰਦਾ, ਮੱਲਨ ਸਾਹਿਬ ਮੈਂ ਤੁਹਾਨੂੰ ਯਾਦ ਕਰ ਰਿਹਾ, ਤੁਹਾਡਾ ਫੋਨ ਆ ਗਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਇੱਕ ਨਾ ਇਹ ਵਾਲਾ ਲਿਖ ਕੇ ਲਾਈਨ ਤੇ ਗਾਣਾ ਸੁਣੋ। ਮੈਂ ਕਿਹਾ ਯਾਰ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ, ਤਾਂ ਮੈਨੂੰ ਲਿੰਕ ਭੇਜ ਦੇ। ਦੈਨ ਹੀ ਸੈਂਡ ਮੀ ਲਿੰਕ। ਮੈਂ ਬਸ ਪਹਿਲੀ ਲਾਈਨ ਸੁਣਦਿਆਂ ਸਾਰ, ਪਹਿਲੀ 2 ਲਾਈਨਾਂ, ਮਤਲਬ ਟੋਟਲ 4 ਲਾਈਨਾਂ ਹੁੰਦੀਆਂ, ਇੱਕ ਲਾਈਨ 2 ਵਾਰੀ ਬੋਲਦੇ ਆ, ਤੇ ਮੈਂ ਬੰਦ ਕਰਤਾ, ਮੇਰੇ ਕੋਲ ਸੁਣਿਆ ਨਹੀਂ ਗਿਆ। ਦੈਨ ਆਈ ਸ਼ੇਅਰਡ ਇਟ ਵਿਦ ਮਾਈ ਮੇਰਾ ਐਡਵੋਕੇਟ ਹੈਗੇ ਨੇ ਐਸੋਸੀਏਟ ਮਿਸਟਰ ਸੰਦੀਪ ਸੰਦੀਪ ਜਸਲ ਨੇ, ਉਹਨਾਂ ਦੀ ਡਿਊਟੀ ਲੱਗੀ। ਮੈਂ ਕਿਹਾ ਇਹਨੂੰ ਇਕੱਲਿਆਂ 'ਚ ਸੁਣਨਾ, ਹੈਡਫੋਨ ਲਾ ਕੇ ਇਹਦਾ ਲਿਰਿਕਸ ਡਾਊਨਲੋਡ ਕਰ ਲਓ ਕਿੱਥੇ ਕਿੱਥੇ ਚੱਲਿਆ ਔਰ ਇਹਦੀ ਕੰਪਲੇਂਟ ਬਣਾਈਏ ਔਰ ਆਪਾਂ ਕੱਲ੍ਹ ਜਾਂ ਪਰਸੋਂ ਇਹਦੀ ਕੰਪਲੇਂਟ ਬਣਾ ਕੇ ਇਨ ਕਰ ਦਿਆਂਗੇ ਡੈਫੀਨੇਟਲੀ, ਔਰ ਪਰਚਾ ਦਰਜ ਕਰਾ ਕੇ ਹਟੂੰਗਾ। ਨਹੀਂ ਤਾਂ ਕਿਉਂਕਿ ਮੇਰੇ ਕੋਲ ਮਾਨਯੋਗ ਹਾਈ ਕੋਰਟ ਦੀ ਇੱਕ ਆਰਡਰ ਨੇ, 2016 'ਚ ਪਾਸ ਹੋਏ ਆਰਡਰ ਨੇ ਵੀ ਕਿਸੇ ਤਰ੍ਹਾਂ ਦੀ ਵਲਗੈਰਿਟੀ ਔਰ ਗੰਦਾ ਕਲਚਰ ਅਪਲੋਡ ਨਹੀਂ ਕੀਤਾ ਜਾਏਗਾ। ਤੇ ਜੋ ਚੱਲ ਰਿਹਾ ਇਟ ਮੀਨਸ ਮਾਨਯੋਗ ਹਾਈ ਕੋਰਟ ਦੇ ਵੀ ਕੰਟੈਂਪਟ ਹੈ।
ਯੂ ਮੀਨ ਕਿ ਉਸ ਦੀ ਅਵੇਲੇਬਿਲਿਟੀ ਹੈ ਤਾਂ ਕਿਸੇ ਤਰੀਕੇ ਦੇ ਨਾਲ ਲੋਕਾਂ ਤੱਕ ਤਾਂ ਪਹੁੰਚ ਹੀ ਰਿਹਾ ਹੈ। ਕਿਸੇ ਨਾ ਕਿਸੇ ਤਰੀਕੇ ਲੋਕਾਂ ਤੱਕ ਪਹੁੰਚ ਰਿਹਾ, ਉਹਨੂੰ ਦੇਖਿਆ ਜਾ ਰਿਹਾ, ਉਹਦੇ ਵਿਊਅਰਸ਼ਿਪ ਵੱਧ ਰਹੀ ਹੈ, ਕਈ ਕੁਝ ਹੋ ਰਿਹਾ। ਸੋ ਉਹਦੇ ਤੇ ਟੋਲਰੇਸ਼ਨ, ਆਪਣੀ ਟੋਲਰੈਂਸ ਪਾਵਰ ਜ਼ੀਰੋ ਹੈ, ਤੇ ਉਹਦੇ ਤੇ ਨਹੀਂ ਕਰਨ ਦੇਣਾ ਆਪਾਂ ਉਹਨਾਂ ਨੂੰ। ਅੱਛਾ ਮੱਲਨ ਸਾਹਿਬ, ਇਸ ਤੋਂ ਪਹਿਲਾਂ ਮਨਕੀਰਤ ਔਲਖ ਦੇ ਉੱਤੇ ਵੀ ਤੁਸੀਂ ਕੇਸ ਜਿਹੜਾ ਫਾਈਲ ਕੀਤਾ, ਉਸ ਤੋਂ ਪਹਿਲਾਂ ਸਿੱਧੂ ਮੂਸੇਵਾਲੇ ਦਾ ਹਾਲਾਂਕਿ ਕੇਸ ਚੱਲ ਰਿਹਾ ਹੈ, ਸਾਡੇ ਵਿੱਚ ਨਹੀਂ ਹੈਗੇ, ਬਟ ਉਹ ਕੇਸ ਹਜੇ ਵੀ ਚੱਲ ਰਿਹਾ। ਸੋ ਲਗਾਤਾਰ ਅਸੀਂ ਕਹੀਏ ਕਿ ਗਾਇਕਾਂ ਦੇ ਉੱਤੇ ਸ਼ਿਕੰਜਾ ਕੱਸਣ ਦੇ ਲਈ ਹੁਣ ਤੁਹਾਨੂੰ ਲੋਕੀ ਪਹਿਚਾਨਣ ਲੱਗ ਗਏ। ਸੋ ਇਸ ਦੇ ਪਿੱਛੇ ਤੁਹਾਡਾ ਮੰਤਵ ਕੀ ਹੈ, ਤੁਸੀਂ ਕੀ ਚੀਜ਼ ਸੋਚਦੇ ਹੋ? ਕਿਉਂਕਿ ਕਈ ਵਾਰ ਇਦਾਂ ਦੀਆਂ ਗੱਲਾਂ ਵੀ ਸੁਣਨ ਨੂੰ ਮਿਲਦੀਆਂ ਕਿ ਸੁਨੀਲ ਮੱਲਨ ਪਪੂਲੈਰਿਟੀ ਹਾਸਲ ਕਰਨ ਦੇ ਲਈ ਸਿਰਫ ਪਪੂਲਰ ਜਿਹੜੇ ਆਰਟਿਸਟ ਨੇ ਉਹਨਾਂ ਨੂੰ ਹੱਥ ਪਾਉਂਦੇ ਨੇ। ਮੈਂ ਤਾਂ ਨਾ ਪਹਿਲਾਂ ਵੀ ਮੀਡੀਆ 'ਚ ਜਵਾਬ ਦੇ ਚੁੱਕਾ। ਮੈਂ ਅੱਜ ਤੱਕ 50 ਤੋਂ 100 ਗਰੀਬਾਂ ਦਾ ਕੇਸ ਆਪਣੀ ਜੇਬ 'ਚੋਂ ਪੈਸੇ ਲਾ ਕੇ ਲੜ ਚੁੱਕਾ। ਤੁਸੀਂ ਇੱਕ ਵੀ ਇੰਟਰਵਿਊ ਲੈਣ ਨਹੀਂ ਹੈ ਮੇਰੀ। TRP ਤਾਂ ਤੁਸੀਂ ਭਾਲਦੇ ਹੋ ਮੀਡੀਆ ਵਾਲੇ, ਤੁਸੀਂ ਮੀਨਸ ਨਾਟ ਯੂ, ਮੀਨਸ ਆਲ ਮੀਡੀਆ। ਉਹ ਮੈਂ ਜਦੋਂ ਗਰੀਬ ਬੰਦੇ ਦਾ ਕੇਸ ਲੜਦਾ, ਉਹ ਮੈਂ ਮੀਡੀਆ ਨੂੰ ਵੀ ਦਿੰਦਾ ਨਾ, ਸਾਡੇ ਹਾਈ ਕੋਰਟ ਦੇ ਥੱਲੇ। ਉਹ ਮੱਲਨ ਸਾਹਿਬ ਇਹ ਕੋਈ ਜ਼ਰੂਰੀ ਜੀ ਚੀਜ਼ ਨਹੀਂ ਹੈ। ਮੀਨਸ ਮੀਡੀਆ ਚਾਹੁੰਦਾ ਆਪਾਂ ਇਨਫੋਰਮੇਸ਼ਨ ਸਾਰੀ ਦਿੰਦੇ ਹਾਂ। ਸੋ ਮੈਨੂੰ ਪਪੂਲੈਰਿਟੀ ਦੀ ਲੋੜ ਨਹੀਂ, ਮੇਰੇ ਕੋਲ ਜਿੰਨਾ ਆ ਰਿਹਾ ਬਹੁਤ ਵਧੀਆ ਆ ਰਿਹਾ। ਮੈਂ ਆਪਣੇ ਦਿਲ ਦੀ ਖੁਸ਼ੀ ਨਾਲ ਕੰਮ ਕਰਦਾ, ਔਰ ਚੰਗਾ ਕੰਮ ਕਰਨ ਲਈ ਪ੍ਰਮਾਤਮਾ ਦਾ ਆਸ਼ੀਰਵਾਦ ਚਾਹੀਦਾ ਹੈ। ਇੰਨੇ ਵਕੀਲ ਨੇ, ਲੱਖ ਵਕੀਲ ਹੈ ਪੰਜਾਬ, ਹਰਿਆਣਾ, ਚੰਡੀਗੜ੍ਹ ਮਿਲਾ ਕੇ, ਤੇ ਸੁਨੀਲ ਮੱਲਨ ਇਕੱਲਾ ਹੀ ਕਿਉਂ ਲੜਦਾ ਹੈ? ਕਿਸੇ 'ਚ ਜਿਗਰਾ ਨਹੀਂ ਹੈ ਕਿ ਹਰ ਬੰਦਾ ਆਪਣੇ ਕੰਮ 'ਚ ਮਸਤ ਹੈ ਕਿ ਮੈਂ ਕੀ ਕਵਾਂ? ਸੋ ਇਹ ਜਿਗਰਾ ਵੀ ਜਿਹੜੀ ਹੈ, ਤਾਕਤ ਜਿਹੜੀ ਹੈ ਦਿਮਾਗ 'ਚ ਜਿਹੜੀ ਪਾਉਂਦਾ ਹੈ, ਪ੍ਰਮਾਤਮਾ ਪਾਉਂਦਾ, ਵਾਹਿਗੁਰੂ ਪਾਉਂਦਾ। ਆਮ ਬੰਦੇ ਦੇ ਵੱਸ ਦਾ ਕੰਮ ਨਹੀਂ। ਐਡੇ ਮੋਟੇ ਬੰਦਿਆਂ ਨਾਲ, ਕਰੋੜਾਂ ਵਾਲੇ ਪੈਸੇ, ਕਿਉਂਕਿ ਪੈਸੇ ਨਾਲ ਬਹੁਤ ਕੁਝ ਖਰੀਦਦੇ ਨੇ। ਸੋ ਇਹ ਅਗੇਂਸਟ ਦਾ ਵਿੰਡ ਚੱਲਣਾ ਆਪਣੇ ਆਪ 'ਚ ਇੱਕ ਚੈਪਟਰ ਹੈ। ਸੋ ਪ੍ਰਮਾਤਮਾ ਨੇ ਉਹ ਹਿੰਮਤ ਬਖਸ਼ੀ ਹੈ। ਮਤਲਬ ਛਾਤੀ ਤੇ ਗੋਲੀ ਖਾਣ ਨੂੰ ਤਿਆਰ ਆ, ਆਵੇ ਤੇ ਕੋਈ ਸਾਹਮਣੇ, ਮਾਰਨ ਨੂੰ ਵੀ ਤਿਆਰ ਹਾਂ। ਹਨੀ ਸਿੰਘ ਦੀ ਲਾਈਫ ਦੀ ਗੱਲ ਕਰੀਏ, ਸੋ ਪਹਿਲਾਂ ਹੀ ਕਾਫੀ ਦਿੱਕਤਾਂ ਦੇ ਵਿੱਚ ਚੱਲ ਰਹੀ ਹੈ, ਕਾਫੀ ਦੇਰ ਤੋਂ ਉਹ ਆਪਣੇ ਕਰੀਅਰ ਨੂੰ ਲੈ ਕੇ ਵੀ ਸਟਰਗਲ ਦੇ ਵਿੱਚ ਨੇ। ਉਸ ਤੋਂ ਬਾਅਦ ਵਾਈਫ ਦੇ ਨਾਲ ਵੀ ਡਿਸਪਿਊਟ, ਤੇ ਉਹ ਵੀ ਜਿਹੜਾ ਕੋਰਟ ਕੇਸ ਚੱਲ ਰਿਹਾ ਹੈ। ਸੋ ਉਸ ਤੋਂ ਬਾਅਦ ਹੁਣ ਇੱਕ ਇਹ ਕੇਸ ਹੋਣ ਵਾਲਾ ਹੈ। ਸੋ ਅਗਰ ਵਿਅਕਤੀਗਤ ਤੌਰ ਦੇ ਉੱਤੇ ਜਿੰਨਾ ਕੁ ਤੁਸੀਂ ਹਨੀ ਸਿੰਘ ਨੂੰ ਜਾਣਦੇ ਹੋ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਦੇਖੋ, ਸ਼ੁਰੂ 'ਚ ਇੱਕ ਉਹ ਰੈਪਰ ਆਇਆ ਸੀ। ਉਹ ਰੈਪਰ ਤੋਂ ਬਾਅਦ ਉਹਨੇ ਕੰਟਰਾਵਰਸ਼ੀਅਲ ਗਾਣੇ ਗਾਏ, ਕਾਫੀ ਬਲੰਟ ਗੱਲਾਂ ਵਰਤੀਆਂ। ਫਿਰ ਕਈਆਂ ਨੇ ਕਿਹਾ ਵੀ ਉਹਨੇ ਆਪਣੇ ਬਾਬੇ ਬੂਬਿਆਂ ਕੋਲ ਜਾ ਕੇ ਸੋਲ ਆਪਣੀ ਬੰਦ ਕਰਾ ਲਈ, ਫਲਾਣਾ ਕਰਾ ਲਿਆ, ਟਿਕਾਣਾ ਕਰਾ ਲਿਆ। ਤਾਂ ਉਹਦੇ ਚਿਹਰੇ ਦੀ ਮਾਸੂਮੀਅਤ ਤੋਂ ਜਿਹੜੀ ਚਿਹਰਾ ਵੀ ਬਦਲ ਗਿਆ। ਉਹ ਚੀਜ਼ਾਂ ਦੱਸਦੀਆਂ ਨੇ ਕਿ ਕੋਈ ਸਟ੍ਰੈਸ, ਕੋਈ ਡਰ, ਕੋਈ ਚੀਜ਼ ਉਹਦੇ ਨਾਲ ਚੱਲ ਰਹੀ ਹੈ। ਸੋ ਪੈਸਾ ਬਹੁਤਾ ਆਉਣ ਨਾਲ ਅਕਲ ਨਹੀਂ ਬਹੁਤੀ ਆਉਂਦੀ ਹੈ, ਯਾਦ ਰੱਖੋ। ਹਲੀਮੀ ਵਧਣੀ ਚਾਹੀਦੀ ਹੈ। ਜਿਹੜੇ ਬੰਦਾ ਫੁਕਰੇ ਬਣ ਜਾਂਦੇ ਨੇ, ਉਹ ਬੰਦਿਆਂ ਦਾ ਹਾਲ ਮਾੜਾ ਹੁੰਦਾ ਹੈ। ਤਾਂ ਇਸ ਕਰਕੇ ਇਹ ਗਾਇਕ ਹੈ ਕਿ ਸਿੰਪਲ, ਜਿਵੇਂ ਆਮ ਲੋਕ ਗਾਇਕ ਨੇ, ਸਾਡੇ ਲਈ ਗਾਉਂਦੇ ਨੇ, ਨੱਚਦੇ ਨੇ, ਇਹਨਾਂ ਨੂੰ ਪੈਸੇ ਦਿੰਦੇ ਅਸੀਂ ਉਸ ਗੱਲ ਦੇ। ਸੋ ਅਸੀਂ ਇਹਨਾਂ ਨੂੰ ਬੁਲਾਵੇ 'ਤੇ ਵੇਖਣ ਜਾਂਦੇ ਹਾਂ, ਉੱਦਾਂ ਨਹੀਂ ਜਾਂਦੇ। ਜਦ ਕਿ ਵਕੀਲ ਕੋਈ ਅਪਾਇੰਟਮੈਂਟ ਲੈ ਕੇ ਆਉਂਦਾ, ਪੈਸੇ ਵੀ ਦਿੰਦਾ ਹੈ, ਉਹ ਬਾਅਦ ਦੀ ਗੱਲ ਹੈ। ਕੰਸੀਡਰੇਸ਼ਨ, ਮਨੀ ਕੰਸੀਡਰੇਸ਼ਨ ਸੈਕਿੰਡ ਹੈ। ਪਰ ਵਿਦ ਡਿਊ ਰਿਸਪੈਕਟ ਉਹਦੇ ਆਫਿਸ ਜਾ ਕੇ ਉਹਨੂੰ ਪਹਿਲਾਂ ਟਾਈਮ ਲੈਂਦਾ, ਫਿਰ ਉਹਦੇ ਕੋਲ ਆਫਿਸ ਜਾਂਦਾ, ਤੇ ਫਿਰ ਅੱਗੇ ਗੱਲ ਕਰਦਾ। ਸੋ ਇਹਨਾਂ ਦਾ ਜਿਹੜਾ ਰੁਤਬਾ ਹੈ, ਮੈਂ ਕਹਾਂਗਾ ਕਿ ਇਹਨਾਂ ਨੇ ਤੇ ਸਾਡੇ ਜਿਹੜੇ ਪੁਰਾਣਾ ਕਲਚਰ ਸੀ, ਜਦੋਂ ਅਸੀਂ ਘਰਾਂ 'ਚ ਇਕੱਠੇ ਬਹਿੰਦੇ ਸੀ, ਸਾਡੇ ਕੋਲ ਭਾਂਡ ਆਉਂਦੇ ਸੀ, ਸਾਡੇ ਕੋਲ ਕਿੰਨਰ ਆਉਂਦੇ ਸੀ, ਉਹ ਵਧੀਆ ਪਰਿਵਾਰਿਕ ਮਜ਼ਾਕ ਕਰਦੇ ਸੀ। ਇਹਨਾਂ ਤੇ ਉਹਨਾਂ ਦੀ ਰੋਟੀ ਖਾਧੀ ਹੈ। ਕਿਉਂਕਿ ਜਦੋਂ ਵਿਆਹ ਸ਼ਾਦੀਆਂ ਹੁੰਦੀਆਂ ਸੀ ਤੇ ਅਸੀਂ ਉਹ ਪਰਿਵਾਰਾਂ ਨੂੰ ਸਾਦੇ ਸੀ। ਇੱਕ ਸਪੈਸੀਫਿਕ ਵਰਗ ਸੀ ਜਿਹੜੇ ਆ ਕੇ ਘਰ 'ਚ ਸਾਨੂੰ ਐਂਟਰਟੇਨ ਕਰਦੇ ਸੀ ਪਰਿਵਾਰਿਕ ਤੌਰ 'ਤੇ। ਇਹਨਾਂ ਨੇ ਤਾਂ ਗੰਦ ਪਾਤਾ ਹੈ। ਬੱਚੇ ਸਾਡੇ ਵਿਗੜਦੇ ਪਏ ਨੇ। ਔਰ ਮੇਰੀ ਆਪਣੇ ਦੇਸ਼ ਪ੍ਰਤੀ, ਮੇਰੀ ਸੁਸਾਇਟੀ ਪ੍ਰਤੀ, ਮੇਰੇ ਪੰਜਾਬ ਪ੍ਰਤੀ, ਮੇਰੇ ਕਲਚਰ ਪ੍ਰਤੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਤੱਕ ਪ੍ਰਮਾਤਮਾ ਨੇ ਸਾਥ ਦਿੱਤੇ, ਮੈਂ ਉਹਦੇ ਲਈ ਲੜਾਂ। ਜੇ ਕਿਤੇ ਗਲਤ ਦਿਖਦਾ ਹੋਵੇ ਪਬਲਿਕ ਇੰਟਰਸਟ ਵਿੱਚ, ਮੇਰੇ ਇਕੱਲੇ ਨੂੰ ਕੋਈ ਫਰਕ ਨਹੀਂ ਪੈਂਦਾ। ਮੇਰੇ ਕੋਲ ਚੋਇਸ ਹੈ ਕਿ ਉਸ ਗਾਣੇ ਨੂੰ ਬੈਨ ਕਰ ਦੇਵਾਂ, ਮੈਂ ਕਰ ਦਿੱਤਾ। ਔਰ ਪਰ ਫਿਰ ਵੀ ਮੇਰੇ ਜਿਹੜੇ ਅੱਗੋਂ ਬੱਚੇ, ਇਹਨੂੰ ਕਿਸੇ ਨੇ ਮੀਡੀਆ 'ਚ ਵੀ ਸਵਾਲ ਪੁੱਛੇ, ਜੀ ਤੁਹਾਡੀ ਬੇਟੀ ਕੱਲ੍ਹ ਨੂੰ ਇਹ ਸਵਾਲ ਪੁੱਛੇ, ਲੋਕ ਉਹਦੇ 'ਤੇ ਲਾਗੂ ਕਰਕੇ ਇਹ ਗੱਲ ਕਹਿਣ, ਤੇ ਇਹਦੇ ਕੋਈ ਜਵਾਬ ਨਹੀਂ ਸੀ। ਸੋ ਜਦੋਂ ਵੀ ਅਸੀਂ ਕੋਈ ਕਾਰੋਬਾਰ ਕਰੀਏ, ਮੈਂ ਆਪਣੇ ਘਰ ਨੂੰ, ਪਰਿਵਾਰ ਨੂੰ, ਆਪਣੇ ਸਮਾਜ ਨੂੰ, ਆਪਣੇ ਆਲੇ ਦੁਆਲੇ ਨੂੰ ਘੱਟੋ ਘੱਟ ਆਪਣੇ ਮਨ 'ਚ ਰੱਖਾਂ ਕਿ ਮੈਂ ਕੰਮ ਕਰਨ ਲੱਗਾ। ਕਿਆ ਇਹ ਸਮਾਜਿਕ ਤੌਰ 'ਤੇ, ਆਰਥਿਕ ਤੌਰ 'ਤੇ, ਪਰਿਵਾਰਿਕ ਤੌਰ 'ਤੇ ਚੰਗਾ ਹੈ? ਸਿਰਫ ਪੈਸੇ ਕਮਾਉਣ ਲਈ ਕੁਝ ਵੀ ਗੰਦਾ ਫਿਰਦੇ ਆ, ਆਪਣੇ ਘਰਦਿਆਂ ਨੂੰ ਨੰਗਾ ਕਰਾ ਕੇ ਨਚਾਲੋ ਸਟੇਜਾਂ 'ਤੇ। ਜਿਵੇਂ ਸਟਾਰਟਿੰਗ ਦੇ ਵਿੱਚ ਹੀ ਦੱਸਿਆ ਸੀ ਕਿ ਜਦੋਂ ਪਹਿਲੀ ਐਲਬਮ ਨਹੀਂ ਚੱਲੀ ਸੀ, ਪਪੂਲੈਰਿਟੀ ਹਾਸਲ ਕਰਨੀ ਸੀ, ਤਾਂ ਇਹ ਚੀਜ਼ ਅਖਤਿਆਰ ਕੀਤੀ ਗਈ। ਬਿਲਕੁਲ ਇਹ ਉਸ ਟਾਈਮ ਵੀ ਨਿੰਦਣਯੋਗ ਸੀ, ਪਰ ਜਿਵੇਂ ਕਿ ਤੁਹਾਡੇ ਤੋਂ ਵੀ ਇੰਨੇ ਸਵਾਲ ਕੀਤੇ ਨੇ, ਉਸ ਦੇ ਪਿੱਛੇ ਇੱਕੋ ਹੀ ਮਕਸਦ ਹੈ ਕਿ ਅਸੀਂ ਇਹ ਜਾਣ ਸਕੀਏ ਕਿ ਇੰਨੇ ਸਾਲਾਂ ਬਾਅਦ ਕਿਸ ਤਰੀਕੇ ਦੇ ਨਾਲ ਮਾਈਂਡ ਦੇ ਵਿੱਚ ਆਇਆ। ਔਰ ਅਗਰ ਗਾਇਕਾਂ ਦੀ ਗੱਲ ਕਰੀਏ, ਸੋ ਬਹੁਤ ਸਾਰੇ ਅਸੀਂ ਗੀਤ ਇੱਦਾਂ ਦੇ ਦੇਖਦੇ ਹਾਂ ਕਿ ਸ਼ਾਇਦ ਅਗਰ ਤੁਸੀਂ ਮੱਲਨ ਸਾਹਿਬ ਪੂਰਾ ਇੰਡਸਟਰੀ ਦੇ ਪਿੱਛੇ ਭੱਜਣਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਬਹੁਤ ਸਾਰਾ ਇੱਦਾਂ ਦਾ ਮੈਟਰ ਮਿਲਣ ਵਾਲਾ ਹੈ ਕਿ ਤੁਹਾਨੂੰ ਜਿਹੜਾ ਇੱਕ ਲੱਗੇਗਾ ਕਿ ਹਾਂ, ਇਸਨੇ ਸਮਾਜ ਦੇ ਵਿੱਚ ਵਿਗਾੜ ਨੂੰ ਪੈਦਾ ਕੀਤਾ। ਤਾਂ ਤੁਸੀਂ ਇਸ ਬਾਰੇ ਕੀ ਮੁਹਿੰਮ ਆਪਣੇ ਦਿਲ 'ਚ ਲੈ ਕੇ ਚੱਲਦੇ ਹੋ? ਤੁਸੀਂ ਮੇਰੀਆਂ ਅੱਖਾਂ ਬਣੋ, ਕੰਨ, ਨੱਕ, ਮੇਰੀਆਂ ਗਿਆਨ ਇੰਦਰੀਆਂ ਬਣੋ। ਮੇਰੇ ਤੱਕ ਕੋਈ ਚੀਜ਼ ਪਹੁੰਚਾਓ, ਐਕਸ਼ਨ ਮੈਂ ਜ਼ਰੂਰ ਲਊਂਗਾ ਬੇਸ਼ੱਕ, ਕਿਉਂਕਿ ਮੇਰੇ ਕੋਲ ਰੂਟੀਨ ਦਾ ਕੰਮ ਵੀ ਹੁੰਦਾ ਹੈ।
ਕੰਮ ਨੂੰ ਤਿਆਰ ਕਰਨਾ, ਕਿਉਂਕਿ ਮੈਂ ਉਹੋ ਜਿਹਾ ਵਕੀਲ ਨਹੀਂ ਵੇਖਿਆ ਫਟਾਫਟ 4 ਲਾਈਨਾਂ ਲਿਖੀਆਂ ਪਾਤੀਆਂ। ਮੈਂ ਉਹਦਾ ਐਨਾਲਿਸਿਸ ਕਰਦਾ ਕਿ ਅਲਟੀਮੇਟਲੀ 2 ਸਾਲ 5 ਸਾਲ 10 ਸਾਲ ਬਾਅਦ ਇਹਦਾ ਕਿੱਥੇ ਪਹੁੰਚਣਾ ਇਹਨੇ। ਸੋ ਉਹਨਾਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਚੀਜ਼ ਲੀਗਲੀ ਬ੍ਰੈਕਟ 'ਚ ਆਂਦੀ ਹੋਏਗੀ ਪੂਰੀ ਤਰ੍ਹਾਂ ਠੋਕਾਂਗਾ ਕਾਨੂੰਨੀ ਤੌਰ ਤੇ। ਮੇਰੀ ਪਰਸਨਲ ਜਾਤੀ ਦੁਸ਼ਮਣੀ ਕਿਤੇ ਨਹੀਂ, ਔਰ ਜੇ ਲੱਗੇਗਾ ਕਿ ਉਹ ਨਹੀਂ ਹੈ ਉਸ ਬ੍ਰੈਕਟ 'ਚ ਆਉਂਦੀ ਤੇ ਮੈਂ ਉਹ 'ਚ ਕਰਾਂਗਾ ਵੀ ਨਹੀਂ। ਮੈਨੂੰ ਕੋਈ ਨੇਮ ਫੇਮ ਉਹਦੇ ਇਸ ਮਾਮਲੇ 'ਚ ਨਹੀਂ ਚਾਹੀਦਾ। ਇਹ ਤੇ ਜਿਵੇਂ ਪ੍ਰਮਾਤਮਾ ਨੇ ਡਿਊਟੀ ਲਾਈ ਸੀ ਨਾ ਪੈਦਾ ਹੁੰਦਿਆਂ ਕਿ ਦਸਵੰਧ ਕੱਢਣਾ ਤੂੰ ਆਪਣੇ ਕੰਮ ਦਾ, ਮੇਰਾ ਦਸਵੰਧ ਜੇ ਉਹ ਪ੍ਰਮਾਤਮਾ ਦੇ ਰੂਪ 'ਚ ਹਿੱਸਾ ਮੈਂ ਕੱਢਦਾ ਉਹ ਇਸ ਗੰਦਗੀ ਤੋਂ ਬਚਾਉਣ ਲਈ ਮੇਰਾ ਇਹ ਯੋਗਦਾਨ ਹੈ ਮੇਰੇ ਕੰਟਰੀ ਨੂੰ, ਮੇਰੀ ਪਬਲਿਕ ਨੂੰ, ਮੇਰੇ ਆਉਣ ਵਾਲੀ ਪੀੜ੍ਹੀ ਨੂੰ, ਤਾਂ ਕਿ ਉਹ ਕਦੀ ਯਾਦ ਰੱਖਣਗੇ ਕਿ ਇੱਕ ਵਕੀਲ ਐਸਾ ਵੀ ਆਇਆ ਸੀ ਧਰਤੀ ਤੇ ਜਿਨਨੇ ਇਹੋ ਜਿਹੇ ਗੰਦੇ ਲੋਕਾਂ ਦੇ ਉੱਤੇ ਨਕੇਲ ਕੱਸੀ ਸੀ। ਔਰ ਨੋ ਡਾਊਟ ਤੁਸੀਂ ਗੱਲ ਠੀਕ ਕਹੀ ਹੈ, ਮੈਨੂੰ ਬੜੇ ਫੋਨ ਆਏ ਨੇ, ਚੰਗੇ ਲੋਕਾਂ ਦੇ ਵੀ ਆਏ ਨੇ, ਔਰ ਉਹਨਾਂ ਨੇ ਥੈਂਕ ਯੂ ਵੀ ਕੀਤਾ ਮੈਨੂੰ, ਫਿਲਮ ਇੰਡਸਟਰੀ ਦੇ ਲੋਕਾਂ ਨੇ, ਕਿ ਮੱਲਨ ਸਾਹਿਬ ਤੁਹਾਡਾ ਇੱਕ ਕਦਮ ਸਾਡੇ ਲਈ ਮਤਲਬ ਸਿਰ ਤੇ ਤਾਜ ਬਰਾਬਰ ਹੈ, ਕਿਉਂਕਿ ਤੁਹਾਡੇ ਕਰਕੇ ਜਦੋਂ ਇਹਨਾਂ ਨੂੰ ਪਟੇ ਪੈਣਗੇ ਤੇ ਤਾਂ ਹੀ ਜਿਹੜਾ ਥੋੜ੍ਹਾ ਚੰਗਾ ਤੇ ਨੀਟ ਐਂਡ ਕਲੀਨ ਕਲਚਰ ਜਿਹਦੇ ਵਿੱਚ ਕੋਈ ਮਿਹਨਤ ਦਿਖੇ, ਜਿਹਦੇ ਵਿੱਚ ਕੋਈ ਕਦਰ ਦਿਖੇ, ਜਿਹਦੇ ਵਿੱਚ ਕੋਈ ਜ਼ੋਰ ਦਿਖੇ, ਕੋਈ ਕਲਾ ਦਿਖੇ, ਉਹ ਸਾਹਮਣੇ ਆਵੇ। ਇਹ ਗੰਦ ਬੋਲ ਕੇ ਤੇ ਮੈਂ ਕਹਿੰਦਾ ਪ੍ਰਮਾਤਮਾ ਕਰੇ ਇਹਨਾਂ ਦੇ ਬੱਚੇ ਇਹ ਗਾਣੇ ਜ਼ਰੂਰ ਸੁਣਨ, ਉਹਦੇ ਤੇ ਉਹਨਾਂ ਦਾ ਅਸਰ ਵੀ ਹੋਵੇ, ਫਿਰ ਇਹਨਾਂ ਨੂੰ ਪਤਾ ਲੱਗੇ ਕਿਸੇ ਗਰੀਬ ਘਰ ਦੇ ਬੱਚੇ ਨੂੰ ਕਿਵੇਂ ਉਜਾੜੀਦਾ। ਨੋ ਡਾਊਟ ਜਿਹੜਾ ਆਪ ਨਸ਼ੇ ਕਰਦੇ ਨੇ, ਡਰੱਗਸ ਲੈਂਦੇ ਨੇ, ਇਹਨਾਂ ਦੇ ਬੱਚੇ ਵੀ ਉਸੇ ਕੈਟਾਗਰੀ 'ਚ ਨੇ, ਔਰ ਇਹਨਾਂ ਨੇ ਬੱਚਿਆਂ ਦੀ ਜਵਾਨੀ ਨਹੀਂ ਵੇਖ ਪਾਣੀ। ਮੇਰੇ ਕੋਲ ਲਿਖਾ ਲਓ, ਕਿਉਂਕਿ ਜੋ ਤੁਸੀਂ ਬੋਂਦੇ ਹੋ ਕੱਟਦੇ ਵੀ ਉਹੀ ਹੋ, ਔਰ ਜੋ ਤੁਸੀਂ ਦੁਨੀਆ ਦੇ ਬੱਚਿਆਂ ਲਈ ਸੋਚ ਰਹੇ ਹੋ ਤੁਹਾਡੇ ਬੱਚਿਆਂ ਨਾਲ ਵੀ ਉਹ ਕੁਛ ਹੋਣਾ। ਤੇ ਜਦੋਂ ਤੁਹਾਡਾ ਨਸਲ ਹੀ ਬੰਦ ਹੋ ਜਾਣੀ ਹੈ ਤੇ ਫਿਰ ਬਚੇਗਾ ਕੀ। ਸੋ ਇਹ ਜਿਹੜੀਆਂ ਬਦਦੁਆਵਾਂ ਨੇ ਸਾਡੇ ਬਜ਼ੁਰਗ ਕੱਢਦੇ ਨੇ ਮੂੰਹੋਂ ਤੇ ਉਹ ਲੱਗਦੀਆਂ ਜੇ, ਇਹ ਨਾ ਸੋਚੋ ਕਿ ਨਹੀਂ ਲੱਗਣੀਆਂ, ਬਾਰੋ ਬਾਰ ਕਿਤੇ ਬਚਾਅ ਹੋ ਜਾਣਾ। ਸੋ ਇਹ ਬਦਦੁਆਵਾਂ ਵੀ ਲੱਗਣੀਆਂ ਔਰ ਇਹ ਸਾਡੇ ਦਿਲੋਂ ਨਿਕਲੀਆਂ ਹਵਾ ਉਹ ਵੀ ਲੱਗਣੀਆਂ, ਔਰ ਸਮਾਜਿਕ ਤੌਰ ਤੇ ਕੀਤੀ ਬੁਰਾਈ ਇਹ ਜਿਹੜੇ ਪ੍ਰਮਾਂਡ ਹੈ ਨਾ ਸਾਡਾ, ਇਹਦੇ 'ਚ ਓਮ ਸ਼ਬਦ ਬੋਲੀਏ ਜਾਂ ਏਕ ਓਮਕਾਰ ਬੋਲੀਏ, ਉਹਦੀਆਂ ਵਾਈਬ੍ਰੇਸ਼ਨਸ ਵੀ ਵਾਪਸ ਆਉਂਦੀਆਂ, ਚਾਹੇ ਉਹ ਜਿੰਨੇ ਮਰਜ਼ੀ ਸਾਲਾਂ ਜਾਂ ਦਿਨਾਂ 'ਚ ਆਉਣ। ਤੇ ਜੇ ਕੋਈ ਮੂੰਹ 'ਚੋਂ ਗੰਦੀ ਗੱਲ ਕੱਢੀਏ ਉਹਦੀ ਵਾਈਬ੍ਰੇਸ਼ਨ ਵੀ ਸਾਡੇ ਤੱਕ ਆਉਂਦੀ ਹੈ। ਰੈਸੀਪ੍ਰੋਕੇਟਿੰਗ ਹੈ। ਇਹ ਰਾਮਾਇਣ 'ਚ ਤੇ ਮਹਾਭਾਰਤ 'ਚ ਲਿਖਿਆ ਹੈ, ਇਹਦਾ ਵਰਣਨ ਹੈ, ਗੁਰੂ ਗ੍ਰੰਥ ਸਾਹਿਬ 'ਚ ਲਿਖਿਆ। ਇਹ ਚੀਜ਼ਾਂ ਵਾਪਸ ਆਉਣੀਆਂ ਤੇ ਜਿਹਦੇ ਕੋਲੋਂ ਜਾਂਦੀਆਂ ਉਹਦੇ ਕੋਲ ਜ਼ਰੂਰ ਆਉਂਦੀਆਂ। ਸੋ ਤਾਂ ਹੀ ਮਾਂ ਪਿਓ ਕਹਿੰਦੇ ਨੇ ਕਿ ਤੇਰੀ ਮੰਨ ਲਓ ਇਹਦੇ ਨਾਲ ਲੜਾਈ ਹੈ ਨਾ, ਤੈਨੂੰ ਭੁੱਲ ਜਾ, ਇਹਨੂੰ ਮਾਫ ਕਰ, ਜੋ ਯੂਨੀਵਰਸ ਨੂੰ ਦਿਓਗੇ ਤੁਹਾਨੂੰ ਉਹੀ ਚੀਜ਼ਾਂ ਮੋੜਨੀਆਂ। ਤੇ ਇਸੇ ਕਰਕੇ ਸ਼ਾਇਦ ਇਹ ਦਿੱਕਤਾਂ ਪਰੇਸ਼ਾਨੀਆਂ ਦਾ ਥੋੜਾ ਮਿਲੇ, ਵਧੀਆ ਮਿਲੇ, ਸਬਰ ਮਿਲੇ, ਉਹ ਜ਼ਿਆਦਾ ਜ਼ਰੂਰੀ ਹੈ। ਅੱਛਾ, ਤੁਹਾਡੀ ਅਗਰ ਫੇਵਰੇਟ ਲਿਸਟ ਦੇ ਵਿੱਚ ਕਹੀਏ ਤਾਂ ਕਿਸ ਕਲਾਕਾਰ ਨੂੰ ਤੁਸੀਂ ਸਹੀ ਮੰਨਦੇ ਹੋ? ਦੇਖੋ ਮੈਂ ਤਾਂ ਗੁਰਦਾਸ ਮਾਨ ਜੀ ਦਾ ਫੈਨ ਹਾਂ। ਉਹਨਾਂ ਦੇ ਅੱਜ ਤੱਕ ਜਿੰਨੇ ਵੀ ਗਾਣੇ ਸੁਣੇ ਆ, ਜੋ ਵੀ ਸੁਣਿਆ, ਉਹਨਾਂ ਦੀ ਹਲੀਮੀ ਸੁਣੀ ਹੈ, ਮੈਂ ਉਹਨਾਂ ਨੂੰ ਬਹੁਤ ਤਹਿ ਦਿਲੋਂ ਰਿਸਪੈਕਟ ਕਰਦਾ, ਪਿਆਰ ਕਰਦਾ, ਇੱਜ਼ਤ ਦਿੰਦਾ, ਔਰ ਮਿਲਣ ਦੀ ਇੱਛਾ ਬੜੀ ਰੱਖਦਾ ਉਹਨਾਂ ਨੂੰ ਕਿ ਕਦੀ ਮੌਕਾ ਮਿਲਿਆ ਤੇ ਉਹਨਾਂ ਨੂੰ ਇਕੱਲਿਆਂ 'ਚ ਮਿਲਣਾ, ਉਹਨਾਂ ਨਾਲ ਬਹਿ ਕੇ ਗੱਲਾਂ ਕਰਨੀਆਂ ਨੇ ਕੁਛ। ਇੱਦਾਂ ਹੋਰ ਵੀ ਨੇ 2 4 5 ਗਾਇਕ ਜਿਹੜੇ ਮੇਰੇ ਫੇਵਰੇਟ ਲਿਸਟ 'ਚ ਨੇ। ਔਰ ਮੇਰੀ ਬਦਕਿਸਮਤੀ ਇਹ ਹੈ ਕਿ ਮੈਂ ਸਿਰਫ ਗੱਡੀ 'ਚ ਟਰੈਵਲ ਕਰਦੇ ਬੱਚੇ ਮੇਰੇ ਨਾਲ ਹੁੰਦੇ ਨੇ, ਮੇਰੇ ਜੂਨੀਅਰਸ, ਮੇਰੇ ਉਹ ਬੱਚੇ ਮੇਰੇ ਉਹ ਫੋਨ ਨਾਲ ਅਟੈਚ ਹੈ ਸਿਸਟਮ ਤੇ, ਉਹ ਚਲੂ ਦਿੰਦੇ ਨੇ, ਉਦੋਂ ਕੋਈ ਗਾਣਾ ਸੁਣ ਲਈਏ। ਅਦਰਵਾਈਜ਼ ਕੰਮ 'ਚੋਂ ਸਾਨੂੰ ਟਾਈਮ ਨਹੀਂ ਮਿਲਦਾ ਕੋਈ ਗਾਣਾ ਸੁਣੀਏ ਜਾਂ ਕੋਈ ਵੀ ਐਕਸ਼ਨ ਰਿਐਕਸ਼ਨ ਦੇ ਸਕੇ। ਵੈਸੇ ਗਾਇਕਾਂ ਦੀ ਗੱਲ ਹੋ ਰਹੀ ਹੈ, ਇਸ ਕਰਕੇ ਜ਼ਹਿਨ ਦੇ ਵਿੱਚ ਆ ਗਿਆ। ਤੁਹਾਡੀ ਇਸ ਅੱਜ ਦੀ ਮੁਲਾਕਾਤ ਦੇ ਨਾਲ ਖੈਰ ਸੰਬੰਧਿਤ ਨਹੀਂ ਹੈ। ਇੰਦਰਜੀਤ ਨਿੱਕੂ ਦਾ ਇੱਕ ਵੀਡੀਓ ਵਾਇਰਲ ਹੋਇਆ, ਉਸ ਤੋਂ ਬਾਅਦ ਬੜੇ ਲੋਕਾਂ ਨੇ ਉਹਨਾਂ ਨੂੰ ਚੰਗਾ ਮਾੜਾ ਵੀ ਬੋਲਿਆ, ਪਰ ਬਹੁਤ ਸਾਰੇ ਲੋਕ ਉਹਨਾਂ ਦੀ ਮਦਦ ਦੇ ਲਈ ਵੀ ਆਏ ਔਰ ਮਦਦ ਮਿਲੀ ਵੀ ਹੈ। ਸੋ ਉਸ ਬਾਰੇ ਕੀ ਕਹੋਗੇ? ਕਿਉਂਕਿ ਉਹ ਵੀ ਇੱਕ ਇੱਦਾਂ ਦੇ ਗਾਇਕ ਸੀ ਜਿਨ੍ਹਾਂ ਦੀ ਗਾਇਕੀ ਨੂੰ ਬੜਾ ਐਡਮਾਇਰ ਕੀਤਾ ਜਾਂਦਾ ਸੀ। ਹਾਲਾਂਕਿ ਉਹਨਾਂ ਨੇ ਵੀ ਦਾਰੂ ਦੂਰੂ ਵਾਲੇ ਗੀਤ ਜ਼ਰੂਰ ਗਾਏ ਨੇ, ਪਰ ਫਿਰ ਵੀ ਉਹਨਾਂ ਦਾ ਵੀ ਇੱਕ ਇੱਦਾਂ ਦਾ ਦੌਰ ਚੱਲਿਆ। ਇੱਦਾਂ ਦੇ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਦੇ ਕੋਲੇ ਕੰਮ ਨਹੀਂ ਬਚਿਆ। ਦੇਖੋ ਜਦੋਂ ਹੁੰਦਾ ਕੀ ਹੈ, ਜਿਹੜੀ ਸਾਡੀ ਅੱਲੜ ਜਵਾਨੀ ਹੈ ਉਹਨਾਂ ਨੂੰ ਸ਼ਰਾਬ, ਗਨ, ਨਿਊਡਿਜ਼ਮ, ਗੰਦੀਆਂ ਗੱਲਾਂ, ਉਹ ਐਕਸਾਈਟਮੈਂਟ ਫੀਲ ਕਰਦੇ ਉਹਨੂੰ ਕਰਕੇ, ਔਰ ਉਹਨੂੰ ਜੇ ਇਹ ਲੋਕ ਗਾਣਾ ਗਾ ਕੇ ਉਹਨੂੰ ਕੋਈ ਤਰਜ ਦੇ ਦਿੰਦੇ ਨੇ, ਕੋਈ ਤਰੀਕਾ ਦਿਖਾ ਦਿੰਦੇ ਨੇ, ਤੇ ਇਹ ਬੜਾ ਇੱਕ ਉਹਨਾਂ ਲਈ ਰੋਲ ਮਾਡਲ ਜਿਹਾ ਬਣ ਜਾਂਦਾ। ਤੇ ਉਹ ਚੀਜ਼ ਚੰਗੀ, ਦੇਖੋ ਨਾ ਮੇਰਾ ਟੇਸਟ ਹੈ, ਤੁਹਾਡਾ ਟੇਸਟ ਅਲੱਗ ਹੈ। ਤੁਸੀਂ ਇੱਥੇ ਟੇਬਲ ਸਜਿਆ, ਇੱਥੇ ਕਾਜੂ ਪਏ ਹੋਣ, ਤੁਸੀਂ ਸ਼ਾਇਦ ਪਹਿਲਾਂ ਕਾਜੂ ਖਾਓ ਤੇ ਮੈਨੂੰ ਕੀ ਪਤਾ ਬਿਸਕੁਟ ਪਸੰਦ ਹੋਣ। ਸੋ ਮਾਈਂਡ ਸੈਟ ਹੈ, ਉਹ ਜਿਹੜਾ ਅੱਲੜ ਜਵਾਨੀ ਦਾ ਮਾਈਂਡ ਸੈਟ ਹੈ ਨਾ, ਉਹ ਬੜਾ ਡਿਫਰੈਂਟ ਹੈ। ਉਸ ਮਾਈਂਡ ਸੈਟ ਨੂੰ ਕੰਟਰੋਲ 'ਚ ਲਿਆਉਣਾ ਸਭ ਤੋਂ ਔਖਾ ਕੰਮ ਹੈ। ਸੋ ਉਸ ਮਾਈਂਡ ਸੈਟ ਕੋਲ ਜਦੋਂ ਇੱਕ ਆਪਸ਼ਨ ਹੈ ਗੰਦ ਸੁਣਨ ਦੀ, ਗੰਦ ਵੇਖਣ ਦੀ, ਉਹਦੇ 'ਚੋਂ ਐਕਸਾਈਟਮੈਂਟ ਫੀਲ ਕਰਦੇ ਆ, ਉਹ ਸੋਚਦੇ ਕਿ ਮੇਰੇ ਅੰਦਰ ਹੀ ਉਹ ਸਾਰੀ ਪਾਵਰ ਆ ਗਈ ਹੈ। ਵਰਸਿਸ ਕੋਈ ਚੰਗੀ ਚੀਜ਼ ਉਹਨਾਂ ਨੂੰ ਮਿਹਨਤ ਕਰਨੀ, ਮਿਹਨਤ ਕਰਕੇ ਉਹ ਜਿੱਤਣੀ ਪੈਣੀ ਹੈ, ਤੇ ਉਹ ਸੌਖਾ ਭਾਲਦੇ ਆ। ਸੋ ਉਸ ਕਰਕੇ ਉਹ ਜਿਹੜੇ ਬੱਚੇ ਨੇ ਉਹ ਉਹਨੂੰ ਸੁਣ ਜਾਂਦੇ ਨੇ, ਦੂਜਾ ਰਹਿ ਜਾਂਦਾ।
ਤੇ ਇਹ ਚੀਜ਼ਾਂ ਆਊਟ ਹੋ ਜਾਂਦੀਆਂ ਨੇ। ਜਦੋਂ ਇਹ ਗੰਦਗੀ ਦੇ ਉੱਤੇ ਬਹਿਣ ਲੱਗ ਗਿਆ, ਹੋਰ 4-6 ਮਹੀਨੇ ਲੱਗਣੇ ਭਾਜੀ। ਇੱਕ ਅੱਧਾ ਅੰਦਰ ਚਲ ਗਿਆ ਨਾ ਤੇ ਬਾਕੀ ਨੂੰ ਆਪੇ ਅਕਲ ਆ ਜਾਣੀ ਹੈ, ਤੇ ਗਾਣੇ ਵੀ ਹਟ ਜਾਣੇ, ਬੜਾ ਕੁਝ ਹੋ ਜਾਣਾ। ਲੜਾਈ ਥੋੜੀ ਲੰਬੀ ਹੈ, ਕਿਉਂਕਿ ਇੱਕ ਪਾਸੇ ਕਰੋੜਾਂ ਅਰਬਾਂਪਤੀ ਬੰਦੇ ਨੇ ਜਿਨ੍ਹਾਂ ਪਿੱਛੇ ਵੱਡੀਆਂ ਵੱਡੀਆਂ ਏਜੰਸੀਆਂ ਲੱਗੀਆਂ ਨੇ, ਇੱਕ ਪਾਸੇ ਇਕੱਲਾ ਸੁਨੀਲ ਮੱਲਨ ਹੈ। ਘਰ ਦੀ ਰੋਟੀ ਕਮਾਉਣ ਲਈ, ਕਿਰਾਇਆ ਦੇਣ ਲਈ ਵੀ ਪੈਸੇ ਇਕੱਠੇ ਕਰਨੇ ਬੜੇ ਔਖੇ ਲੱਗਦੇ ਆ। ਸੋ ਪੈਸੇ ਦੀ ਵੀ ਇਦਾਂ ਦੇ ਗਾਇਕਾਂ ਨੂੰ ਅਗਰ ਇਦਾਂ ਦੇ ਪ੍ਰੈਸ਼ਰ ਦੇ ਵਿੱਚ ਲੈ ਕੇ ਆਓਗੇ, ਕੇਸਿਸ ਵੀ ਹੋਣਗੇ, ਸਭ ਕੁਝ ਹੋਣਗੇ। ਅਸੀਂ ਆਮ ਤੌਰ ਦੇ ਉੱਤੇ ਦੇਖ ਰਹੇ ਹਾਂ ਕਿ ਗੈਂਗਸਟਰਵਾਦ ਇੰਨਾ ਵੱਧ ਗਿਆ, ਔਰ ਉਹਦਾ ਸਿੱਧਾ ਕਨੈਕਸ਼ਨ ਜਿਹੜਾ ਹੈਗਾ ਉਹ 뮤직 ਇੰਡਸਟਰੀ ਦੇ ਨਾਲ ਵੀ ਜੁੜਿਆ ਹੋਇਆ ਦਿਖਦਾ ਹੈ। ਤਾਂ ਕੱਲ ਨੂੰ ਸੁਨੀਲ ਮੱਲਨ ਨੂੰ ਧਮਕੀਆਂ ਆਉਣ ਲੱਗ ਜਾਣ, ਕੋਈ ਕਹੇ ਵੀ ਹਾਂ ਵੀ ਸੁਨੀਲ ਮੱਲਨ ਨੂੰ ਗੋਲੀ ਮਾਰ ਦਿਆਂਗੇ, ਇਹ ਕਰ ਦਿਆਂਗੇ। ਆ ਚੁੱਕੀ ਹੈ। ਮਰਨਾ ਇੱਕ ਦਿਨ ਹੈ, ਰੋਜ਼ ਤਾਂ ਮਰ ਨਹੀਂ ਸਕਦਾ ਮੈਂ। ਤੇ ਮੇਰੇ ਵਾਹਿਗੁਰੂ ਨੇ ਮੇਰਾ ਉਹਦੀ ਤਰੀਕ ਫਿਕਸ ਕੀਤੀ, ਉਦੋਂ ਬਚਾ ਕੋਈ ਨਹੀਂ ਸਕਦਾ। ਤੁਸੀਂ ਵੀ ਲਾਗੇ ਮੇਰੇ 4 ਰਿਵਾਲਵਰਾਂ AK-47 ਨਾਲ ਲੈ ਕੇ ਬਹਿ ਜਿਓ, ਨਹੀਂ ਬਚਣਾ ਜਿੱਦਣ ਆਈ ਹੈ। ਸੋ ਇਸ ਕਰਕੇ ਮੈਂ ਰੋਜ਼ ਨਹੀਂ ਮਰਦਾ, ਜਿੱਦਣ ਆਈ ਹੋਏਗੀ ਜਾਵਾਂਗੇ, ਸ਼ਾਨ ਨਾਲ ਜਾਵਾਂਗੇ। ਸਿਰ ਉੱਚਾ ਹੀ ਹੋਊਗਾ, ਸਿਰ ਨੀਵਾ ਨਹੀਂ ਹੁੰਦਾ ਸ਼ਰਮ ਨਾਲ, ਕਿਸੇ ਹਰਕਤ ਨਾਲ। ਇਹ ਲੋਕ ਡਰਦੇ ਹੋਣਗੇ, ਡਰਨਗੇ। ਔਰ ਜਦ ਤੱਕ ਮੇਰੇ ਉੱਪਰ ਵਾਲੇ ਮਾਲਕ ਦੀ ਨਜ਼ਰ ਸਵੱਲੀ ਹੈ ਨਾ, ਤੁਹਾਡੇ ਦਿਲ 'ਚ ਵੀ ਮੈਨੂੰ ਥੱਪੜ ਮਾਰਨਾ ਵੀ ਨਹੀਂ ਆ ਸਕਦਾ। ਤੁਸੀਂ ਜਿੰਨੇ ਮਰਜ਼ੀ ਖੁੰਖਾਰ ਹੋਵੋ, ਸ਼ੇਰ ਦੇ ਅੱਗੇ ਪੈ ਕੇ ਵੀ ਸ਼ੇਰ ਕਹਿੰਦਾ ਮੈਂ ਇਹਨੂੰ ਨਹੀਂ ਖਾਣਾ, ਕਿਉਂਕਿ ਹੁਕਮ ਉੱਤੋਂ ਆਉਂਦਾ ਹੈ। ਤੇ ਉਸ ਮਾਲਕ ਦੇ ਨਾਲ ਸਿੱਧੀਆਂ ਤਾਰਾਂ ਜੋੜੀਏ, ਉਹਨੂੰ ਉਹਦੇ ਕੋਲੋਂ 4 ਗਾਲਾਂ ਖਾ ਲੈਣੀਆਂ ਚੰਗੀਆਂ ਨਾ। ਅੱਛਾ, ਹੁਣ ਹਨੀ ਸਿੰਘ ਨੂੰ ਇਸ ਤੋਂ ਬਾਅਦ ਜਦੋਂ ਤੁਸੀਂ ਇਹ ਫਾਈਲ ਕਰਨ ਲੱਗੇ ਹੋ, ਉਸ ਤੋਂ ਬਾਅਦ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਏਗਾ, ਔਰ ਬਾਦਸ਼ਾਹ ਨੂੰ ਕਿੰਨਾ ਨਾਲ ਲੈ ਕੇ ਚੱਲ ਰਹੇ ਹੋ? ਕਿਉਂਕਿ ਅਗਰ ਗੱਲ ਕਰੀਏ ਤਾਂ ਦੋਵਾਂ ਨੇ ਇਕੱਠੇ ਗੀਤ ਗਾਇਆ ਸੀਗਾ, ਦੋਨਾਂ ਨੇ ਇਕੱਠੇ ਬਣਾਇਆ ਸੀ। ਦੇਖੋ FIR ਦਰਜ ਹੋਣੀ ਇਹਨਾਂ ਦੇ ਖਿਲਾਫ, ਪਰਚਾ ਦਰਜ ਜਿਹਨੂੰ ਕਹਿੰਦੇ ਆਪਾਂ ਪੰਜਾਬੀ, ਤੇ ਜੇਲ੍ਹ ਜਾਣਗੇ, ਜ਼ਮਾਨਤ ਕਰਾਉਣਗੇ, ਫਿਰ ਤਰੀਕ ਤੇ ਭੁਗਤਣ ਆਇਆ ਕਰਨਗੇ ਤਰੀਕ। ਸੋ ਉਹ ਚੀਜ਼ ਚੱਲੇਗੀ। ਤਾਂ ਨਤੀਜਾ ਇਹ ਕਿ ਗਾਣਾ ਹਟਾਣਾ ਹੈ, ਇਹ ਪਹਿਲਾ ਮਕਸਦ ਹੈ ਤੁਹਾਡਾ, ਜਾਂ ਜੇਲ੍ਹ ਪਹੁੰਚਾਉਣਾ ਮਕਸਦ? ਜੇਲ੍ਹ ਪਹੁੰਚਾਉਣਾ ਮਤਲਬ ਹੈ, ਗਾਣਾ ਤੇ ਆਪੇ ਹਟ ਜਾਣਾ ਹੈ। ਉਹ ਤੇ ਡਿਊਟੀ ਬਣ ਜਾਣੀ ਹੈ ਸਰਕਾਰ ਦੀ ਉਹਨੂੰ ਹਟਾਉਣ ਦੀ ਹਰ ਜਗ੍ਹਾ ਤੋਂ। ਪਰ ਜੇਲ੍ਹ ਪਹੁੰਚਾਉਣਾ ਮਤਲਬ ਹੈ ਵੀ ਇੱਕ ਨੂੰ ਲੁੱਕ ਕਰਾਤੀ ਨਾ, ਹਜ਼ਾਰਾਂ ਨੂੰ ਅਕਲ ਆ ਜਾਣੀ ਹੈ। 2 ਦਿਨ ਹੀ ਕਰਾਤੀ ਬੜੀ ਹੈ, ਪਤਾ ਲੱਗ ਜਾਏਗਾ ਕਿ ਕਾਨੂੰਨ ਦੀ ਕਲਮ ਕਿੰਨੀ ਸਖਤ ਹੁੰਦੀ ਹੈ। ਮਜੀਠੀਏ ਨੂੰ ਜਾਣਾ ਪਿਆ ਨਾ ਅੰਦਰ, CM ਦਾ ਸਾਲਾ ਲੱਗਦਾ ਸ਼ਾਇਦ, ਤਾਂ ਵੀ ਉਹਨੂੰ ਜਾਣਾ ਪੈ ਗਿਆ। ਸਾਰੀ ਖੁਦਾਈ ਇੱਕ ਤਰਫ, ਜੋਰੂ ਕਾ ਭਾਈ ਇੱਕ ਤਰਫ, ਫਿਰ ਵੀ ਵਿਚਾਰਾ ਜੇਲ੍ਹ ਮੇਂ। ਬਹੁਤ ਮਾੜੀ ਗੱਲ ਹੋਈ। ਸੋ ਕਾਨੂੰਨ ਦੇ ਅੱਗੇ ਕਿਸੇ ਦੀ ਨਹੀਂ ਪੇਸ਼ ਚੱਲਣੀ, ਮੇਰੀ ਵੀ ਨਹੀਂ ਚੱਲਣੀ। ਉੱਥੇ ਵੀ ਕੋਈ ਮੇਰਾ ਕੋਈ ਮਾਮੇ ਦਾ ਮੁੰਡਾ, ਚਾਚੇ ਦਾ ਮੁੰਡਾ ਨਹੀਂ ਬੈਠਾ ਹੋਇਆ, ਉਹ ਜੱਜ ਸਾਹਿਬ ਬੈਠੇ ਨੇ। ਉਹਨਾਂ ਨੇ ਮੇਰਾ ਵੀ ਵੇਖਣਾ ਤੇ ਉਹਦਾ ਵੀ ਵੇਖਣਾ। ਦੋਨੋਂ ਪਾਰਟੀਆਂ ਦਾ ਪੱਖ ਚੰਗੀ ਤਰ੍ਹਾਂ ਵੇਖ ਕੇ ਜੋ ਉਹਨਾਂ ਨੂੰ ਸਹੀ ਲੱਗੇਗਾ ਉਹਨਾਂ ਨੇ ਉਹ ਫੈਸਲਾ ਕਰਨਾ ਹੈ। ਉਹਦੇ ਲਈ ਮੈਂ ਸਲੂਟ ਹੈ, ਜੋ ਫੈਸਲਾ ਆਏਗਾ ਰਾਜੀ ਆਪਾਂ। ਮਿਹਰਬਾਨੀ ਸਾਡੇ ਨਾਲ ਗੱਲ ਕਰਨ ਲਈ। ਸੋ ਇਹ ਸੀਗੇ ਜੀ ਸੁਨੀਲ ਮੱਲਨ, ਹਨੀ ਸਿੰਘ ਦੇ ਉੱਤੇ ਜਿਹੜਾ ਹੈਗਾ ਉਹ ਮਾਮਲਾ ਫਾਈਲ ਕਰਨ ਜਾ ਰਹੇ ਨੇ, ਕਿਉਂਕਿ ਹਨੀ ਸਿੰਘ ਵੱਲੋਂ ਇੱਕ ਗੀਤ ਇਹੋ ਜਿਹਾ ਗਾਇਆ ਗਿਆ ਜਿਸ ਦੇ ਵਿੱਚ ਗਾਲਾਂ ਤੋਂ ਸਿਵਾਏ ਹੋਰ ਕੁਝ ਨਹੀਂ ਮਿਲਦਾ। ਸੋ ਉਹਨਾਂ ਦੇ ਨਾਲ ਫੀਚਰਡ ਸੀਗੇ ਬਾਦਸ਼ਾਹ। ਸੋ ਇਸ ਗੀਤ ਦੇ ਉੱਤੇ ਹੁਣ ਐਕਸ਼ਨ ਲਿਆ ਜਾ ਰਿਹਾ ਹੈ। ਹਾਲਾਂਕਿ ਗੀਤ ਕਾਫੀ ਪੁਰਾਣਾ ਹੈ, ਪਰ ਫਿਰ ਵੀ ਆਨਲਾਈਨ ਪਲੇਟਫਾਰਮਸ ਦੇ ਉੱਪਰ ਅਵੇਲੇਬਲ ਹੈ। ਸੋ ਸੁਨੀਲ ਮੱਲਨ ਜੀ ਦਾ ਇਹੀ ਕੰਸਰਨ ਹੈ ਕਿ ਅੱਜ ਵੀ ਉਹ ਨੌਜਵਾਨਾਂ ਤੱਕ ਪਹੁੰਚ ਰਿਹਾ, ਤਾਂ ਆਖਿਰਕਾਰ ਉਸ ਨੂੰ ਲਗਾਮ ਕਿਉਂ ਨਾ ਕੱਸੀ ਜਾਵੇ। ਸੋ ਅੱਗੇ ਕੋਰਟ ਦਾ ਫੈਸਲਾ ਕੀ ਹੋਏਗਾ, ਕਿਸ ਤਰੀਕੇ ਦੇ ਨਾਲ ਇਹ ਕੇਸ ਅੱਗੇ ਵਧੇਗਾ, ਇਹ ਹਜੇ ਦੇਖਣਾ ਬਾਕੀ ਹੋਏਗਾ। ਤਦ ਤੱਕ ਤੁਸੀਂ ਦੇਖਦੇ ਰਹੋ ਹਮਦਰਦ TV। ਮੈਂ ਕੈਮਰਾਮੈਨ ਮੋਹਨ ਦੇ ਨਾਲ ਸ਼ੇਖਰ ਰਾਏ, ਹਮਦਰਦ TV ਚੰਡੀਗੜ੍ਹ।